ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਵੇਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1350 AM ਬੇਕਰਸਫੀਲਡ 107.5 FM ਬੇਕਰਸਫੀਲਡ 1300 AM ਫ੍ਰਿਜ਼ਨੋ 104.5 FM ਫ੍ਰਿਜ਼ਨੋ, ਇਸੇ ਤਰ੍ਹਾਂ 1450 AM ਯੂਬਾ ਸਿਟੀ ਅਤੇ 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ ਅਤੇ 105.9 FM ਸੈਕਰਾਮੈਂਟੋ, ਅਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube ਅਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 30 ਤਰੀਕ ਆ, ਆਖਰੀ ਦਿਨ ਆ ਜੂਨ ਮਹੀਨੇ ਦਾ, ਅਤੇ ਦਿਨ ਜਿਹੜਾ ਹੈਗਾ ਆ ਉਹ ਮੰਗਲਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਕਵਰ ਕੈਲੀਫੋਰਨੀਆ ਦੇ ਲਈ ਇਹਨਾਂ ਨੂੰ ਕਾਲ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਪਾਵਲਾ, ਅਮਰਜੀਤ ਸਿੰਘ ਦੁਸਾਂਝ, ਜਰਨੈਲ ਸਹੋਤਾ, ਸਾਰੇ ਜਣੇ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ, ਸੌਸਲੀਟੋ, ਕਰਨੈਲ ਰੰਧਾਵਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾ ਪਾਲ ਪੈਂਸਲਵੇਨੀਆ, ਮੱਖਣ ਸਿੰਘ ਮਾਨ ਵਿਸਕੌਨਸਨ, ਐਂਟੀਲੋਪ ਟਰੱਕ ਸਟਾਪ ਬਰਨਜ਼, ਗੁਰਵਿੰਦਰ ਸਿੰਘ ਟੈਨੇਸੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਅੱਜ US ਦੀ ਸੁਪਰੀਮ ਕੋਰਟ ਨੇ ਜਿਹੜਾ ਆ ਇੱਕ ਡਿਸੀਜ਼ਨ ਬੜਾ ਜਿਹੜਾ ਸੋਲਿਡ ਡਿਸੀਜ਼ਨ ਦਿੱਤਾ ਆ, ਜਿਹਦੇ ਮੁਤਾਬਕ ਜਿਹੜੀਆਂ ਸਟੇਟਾਂ ਦੇ ਵਿੱਚ ਧਾਰਮਿਕ ਸਕੂਲ ਹੈਗੇ ਆ, ਉਹਨਾਂ ਨੂੰ ਵੀ ਗੌਰਮੈਂਟ ਵੱਲੋਂ ਫੰਡਿੰਗ ਮਿਲ ਸਕਦੀ ਹੈਗੀ ਆ। ਮੋਂਟਾਨਾ ਸਟੇਟ ਦੇ ਵਿੱਚ ਪੇਰੈਂਟਸ ਵੱਲੋਂ ਜਿਹੜਾ ਆ ਇਹ ਲਾਸੂਟ ਫਾਈਲ ਕੀਤਾ ਗਿਆ ਸੀ ਉਸ ਸਟੇਟ ਦੇ ਉਲਟ, ਅਤੇ ਅਲਟੀਮੇਟਲੀ ਇਹ ਸੁਪਰੀਮ ਕੋਰਟ 'ਚ ਗਿਆ, ਅਤੇ ਅੱਜ ਸੁਪਰੀਮ ਕੋਰਟ ਨੇ 5 ਦੇ ਮੁਕਾਬਲੇ 4 ਰੂਲਿੰਗ ਦੇ ਨਾਲ ਜਿਹੜੇ ਚੀਫ ਜਸਟਿਸ ਜੌਨ ਰੋਬਰਟਸ ਆ, ਉਹ ਹੋਰ ਜਿਹੜੇ 4 ਕੰਜ਼ਰਵੇਟਿਵ ਜਸਟਿਸ ਆ, ਉਹਨਾਂ ਦੇ ਨਾਲ ਰਲ ਕੇ ਉਹਨਾਂ ਨੇ ਇਹ ਡਿਸੀਜਨ ਦਿੱਤਾ। ਮੋਂਟਾਨਾ 'ਚ ਕੀ ਹੋਇਆ ਸੀ ਵੀ ਇੱਕ ਮੋਂਟਾਨਾ ਦੀ ਸਟੇਟ ਨੇ ਟੈਕਸ ਕ੍ਰੈਡਿਟ ਜਿਹੜਾ ਆ ਕ੍ਰੀਏਟ ਕੀਤਾ ਸੀ ਸਕੂਲ ਦੇ ਬੱਚਿਆਂ ਦੇ ਲਈ। ਸੋ ਉਹ ਤੋਂ ਬਾਅਦ ਕੀ ਹੋਇਆ ਵੀ ਜਦੋਂ ਉਹਨਾਂ ਨੇ ਉਹ ਟੈਕਸ ਕ੍ਰੈਡਿਟ ਦੇਣਾ ਸੀ, ਅਤੇ ਜਿਹੜੇ ਉੱਥੇ ਰਿਲੀਜੀਅਸ ਸਕੂਲ ਸੀ, ਮੋਸਟਲੀ ਜਿਹੜੇ ਕ੍ਰਿਸਚਨ ਸਕੂਲ ਸੀ, ਉਹਨਾਂ ਨੇ ਕਿਹਾ ਵੀ ਨਹੀਂ, ਇਹ ਜਿਹੜੇ ਪ੍ਰਾਈਵੇਟ ਸਕੂਲ ਆ ਇਹਨਾਂ ਨੂੰ ਨਹੀਂ ਦੇ ਸਕਦੇ। ਉਸੇ ਬੇਸ ਦੇ ਉੱਤੇ ਇਹ ਜਿਹੜਾ ਕੇਸ ਕੀਤਾ ਗਿਆ ਸੀ, ਅਤੇ ਪਰ ਜਿਹੜੀ ਕੋਰਟ ਆ ਉਹਨਾਂ ਨੇ ਇਹ ਕਿਹਾ ਆ ਵੀ ਜੇ ਤੁਸੀਂ ਜਿਹੜਾ ਟੈਕਸ ਕ੍ਰੈਡਿਟ ਇਕੱਠਾ ਕੀਤਾ ਹੈਗਾ ਆ, ਉਹਦੇ 'ਚ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ। ਚੀਫ ਜਸਟਿਸ ਰੋਬਰਟਸ ਉਹਨਾਂ ਨੇ ਜਿਹੜਾ ਲਿਖਿਆ, ਕਹਿੰਦੇ ਵੀ ਜੇ ਵੈਸੇ ਤਾਂ ਕਹਿੰਦੇ ਸਟੇਟ ਨੂੰ ਪ੍ਰਾਈਵੇਟ ਐਜੂਕੇਸ਼ਨ ਸਬਸਿਡਾਈਜ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਪਰ ਕਹਿੰਦੇ ਵੀ ਜੇ ਇੱਕ ਸੂਬੇ ਨੇ ਇਹ ਡਿਸਾਈਡ ਕਰ ਲਿਆ ਵੀ ਉਹਨਾਂ ਨੇ ਸਬਸਿਡਾਈਜ਼ ਕਰਨਾ ਆ, ਅਤੇ ਕਹਿੰਦੇ ਫਿਰ ਤੁਸੀਂ ਕਈ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਨੂੰ ਇਸ ਆਧਾਰ ਦੇ ਉੱਤੇ ਨਕਾਰ ਨਹੀਂ ਸਕਦੇ ਵੀ ਕਿਉਂਕਿ ਉਹ ਧਾਰਮਿਕ ਸਕੂਲ ਹੈਗੇ ਆ। ਸੋ ਉਸ ਕਹਿ ਲਓ ਵੀ ਕੈਟਾਗਰੀ ਦੇ ਵਿੱਚ ਕਹਿੰਦੇ ਸਾਰੇ ਦੇ ਸਾਰੇ ਹੀ ਫਿਰ ਸ਼ਾਮਿਲ ਹੁੰਦੇ ਨੇ। ਫਿਰ ਕਿਸੇ ਵੀ ਪ੍ਰਾਈਵੇਟ ਸਕੂਲ ਦੇ ਨਾਲ ਤੁਸੀਂ ਇਹ ਡਿਸਕ੍ਰਿਮੀਨੇਸ਼ਨ ਜਿਹੜੀ, ਕਿਉਂਕਿ ਉਹ ਧਾਰਮਿਕ ਸਕੂਲ ਨੇ, ਇਸ ਕਰਕੇ ਜਿਹੜੀ ਉਹ ਨਹੀਂ ਕਰ ਸਕਦੇ। ਸੋ ਜਿਹੜੇ 4 ਕੰਜ਼ਰਵੇਟਿਵ ਜਿਹੜੇ ਜਸਟਿਸਿਸ ਅਤੇ ਜਿਹੜੇ ਚੀਫ ਜਸਟਿਸ ਰੋਬਰਟਸ ਆ, ਉਹਨਾਂ ਨੇ ਇਸ ਮੋਂਟਾਨਾ ਵਾਲੇ ਕੇਸ ਦੇ ਵਿੱਚ ਹਾਮੀ ਭਰੀ ਆ ਵੀ ਜਿਹੜੀ ਪ੍ਰਾਈਵੇਟ ਸਕੂਲਸ ਨੂੰ ਜਿਹੜੀ ਪ੍ਰੋਗਰਾਮ ਏਡ ਹੈਗੀ ਆ ਉਹ ਮਿਲਣੀ ਚਾਹੀਦੀ ਆ। ਬੈਟਸੀ ਡੇਵਿਸ ਜਿਹੜੀ ਇਸ ਟਾਈਮ ਐਜੂਕੇਸ਼ਨ ਦੀ ਸਕੱਤਰ ਹੈਗੀ ਆ, ਉਸ ਦੇ ਲਈ ਇਹ ਇੱਕ ਵੱਡੀ ਜਿੱਤ ਦੇ ਵਜੋਂ ਕਹਿੰਦੇ ਆ ਉਹ ਸਾਹਮਣੇ ਆਈ ਆ, ਕਿਉਂਕਿ ਖੁਦ ਬੈਟਸੀ ਡੇਵਿਸ ਅਤੇ ਉਸਦੇ ਨਿਆਣੇ ਕਦੀ ਪਬਲਿਕ ਸਕੂਲ 'ਚ ਤਾਂ ਪੜ੍ਹੇ ਨਹੀਂ, ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹ ਪੜ੍ਹੇ ਨੇ, ਅਤੇ ਹੁਣ ਰਿਲੀਜੀਅਸ ਬੇਸ ਦੇ ਉੱਤੇ ਵੀ ਪ੍ਰਾਈਵੇਟ ਸਕੂਲਾਂ ਨੂੰ ਇਹ ਹੁਣ ਆਧਾਰ ਦੇ ਉੱਤੇ ਜਿਹੜੇ ਆ ਉਹ ਫੰਡਿੰਗ ਜਿਹੜੀ ਉਹ ਮਿਲ ਸਕਦੀ ਆ। ਸੋ ਜੇ ਮੋਂਟਾਨਾ ਦੇ ਵਿੱਚ ਇਹ ਚੀਜ਼ ਹੋ ਰਹੀ ਆ, ਸੋ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਇਹ ਜਿਹੜਾ ਹਰਜੋਤ ਸਿੰਘ ਜੀ ਫੈਸਲਾ ਆ ਉਹ ਬਾਕੀ ਸੂਬਿਆਂ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਲਾਗੂ ਹੋ ਸਕੂਗਾ ਜਾਂ ਨਹੀਂ, ਜਾਂ ਉਸ ਦੇ ਵਿੱਚ ਕੁਝ ਮੁਸ਼ਕਿਲਾਂ ਆ ਸਕਦੀਆਂ। ਵੈਸੇ ਸਰਵਉੱਚ ਅਦਾਲਤ ਦੇ ਵਿੱਚ ਹਾਮੀ ਜਿਹੜੀ ਆ ਉਹ ਭਰ ਦਿੱਤੀ ਗਈ ਆ,
ਵੀ ਜਿੱਥੇ ਕਿਤੇ ਵੀ ਪ੍ਰਾਈਵੇਟ ਸਕੂਲ ਨੂੰ ਫੰਡਿੰਗ ਜਾਂ ਸਹਾਇਤਾ ਦਿੱਤੀ ਜਾਂਦੀ ਆ ਧਰਮ ਦੇ ਆਧਾਰ ਦੇ ਉੱਤੇ, ਧਾਰਮਿਕ ਸਕੂਲ ਦੇ ਆਧਾਰ ਦੇ ਉੱਤੇ, ਜਿਹੜੀ ਉਸ ਨੂੰ ਨਾ ਜਿਹੜੀ ਆ ਹੁਣ ਉਸ ਸੂਬੇ ਦੇ ਵਿੱਚ ਨਹੀਂ ਹੋ ਸਕੇਗੀ। ਜੀ, ਸੋ ਬਿਲਕੁਲ ਇਹਦਾ ਮੇਨ ਰੀਜ਼ਨ ਇਹੀ ਆ, ਕਹਿੰਦੇ ਵੀ ਹੁਣ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਜਿੰਨੇ ਵੀ ਰਿਲੀਜੀਅਸ ਸਕੂਲ ਹੈਗੇ ਆ ਉਹਨਾਂ ਦੀ ਡੋਰ ਵੀ ਓਪਨ ਹੋ ਜੂਗੇ ਬਾਕੀ ਸਟੇਟਾਂ 'ਚ। ਅਤੇ USA ਇੱਕ ਇੱਦਾਂ ਦਾ ਮੁਲਕ ਆ ਜਿੱਥੇ ਜਿਹੜੇ ਧਾਰਮਿਕ ਸਕੂਲ ਸੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਆ ਸਟੇਟ ਜਾਂ ਫੈਡਰਲ ਫੰਡਿੰਗ ਨਹੀਂ ਦਿੱਤੀ ਜਾ ਸਕਦੀ ਸੀ, ਕਿਉਂਕਿ ਚਰਚ ਅਤੇ ਸਟੇਟ ਸੈਪਰੇਸ਼ਨ ਕਰਕੇ। ਪਰ ਆਪਣੇ ਗੁਆਂਢੀ ਮੁਲਕ ਕੈਨੇਡਾ ਅਤੇ UK ਦੇ ਵਿੱਚ ਜਿਹੜੇ ਧਾਰਮਿਕ ਸਕੂਲ ਆ ਉਹਨਾਂ ਨੂੰ ਗਵਰਨਮੈਂਟ ਵੱਲੋਂ ਸਹਾਇਤਾ ਦਿੱਤੀ ਜਾਂਦੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀਆਂ ਮੁਸ਼ਕਿਲਾਂ ਕਹਿ ਸਕਦੇ ਹਾਂ ਵੀ ਅਮਰੀਕਾ ਦੇ ਵਿੱਚ ਹਾਲ ਦੀ ਘੜੀ ਵੱਧਦੀਆਂ ਹੀ ਜਿਹੜੀਆਂ ਨਜ਼ਰ ਆ ਰਹੀਆਂ ਆ। ਇਸ ਮੌਕੇ ਜਦੋਂ ਹੁਣ ਤੁਹਾਡੇ ਨਾਲ ਆਪਾਂ ਖਬਰਾਂ ਸਾਂਝੀਆਂ ਕਰ ਰਹੇ ਹਾਂ, ਡਾਕਟਰ ਐਂਥਨੀ ਫੌਚੀ ਅਤੇ CDC ਦੇ ਜਿਹੜੇ ਡਾਇਰੈਕਟਰ ਰੋਬਰਟ ਰੈਡਫੀਲਡ ਨੇ ਅਤੇ ਨਾਲ ਹੀ FDA ਦੇ ਕਮਿਸ਼ਨਰ ਸਟੀਵਨ ਹਾਨ, ਹੋਰ ਜਿਹੜੇ ਕਈ ਅਹਿਮ ਅਹੁਦਿਆਂ ਦੇ ਉੱਤੇ ਜਿਹੜੇ ਹੈਗੇ ਨੇ ਉਹ ਇੱਕ ਸੈਨੇਟ ਦੀ ਹੈਲਥ ਕਮੇਟੀ ਦੇ ਸਾਹਮਣੇ ਜਿਹੜੇ ਆ ਉਹ ਟੈਸਟੀਫਾਈ ਕਰ ਰਹੇ ਨੇ, ਜਿਸ ਦੇ ਵਿੱਚ ਕਈ ਤਰੀਕੇ ਦੇ ਉਹਨਾਂ ਨੂੰ ਜਿਹੜੇ ਸਵਾਲ ਆ ਉਹ ਕੀਤੇ ਜਾਣਗੇ। ਸੋ ਇਹ ਇੱਕ ਅਹਿਮ ਜਿਹੜਾ ਮੁੱਦਾ ਇਸ ਟਾਈਮ ਬਣ ਚੁੱਕਾ ਹੈ ਵੀ ਕਰੋਨਾ ਵਾਇਰਸ ਨੂੰ ਲੈ ਕੇ ਕੀ ਕੁਛ ਜਿਹੜਾ ਉਹ ਕਰਨਾ ਚਾਹੀਦਾ ਆ। ਆਪਾਂ ਦੇਖ ਰਹੇ ਸੀ ਵੀ ਅੱਜ ਤੋਂ ਕੁਛ ਹਫ਼ਤੇ ਪਹਿਲਾਂ ਬਹੁਤ ਸਾਰੇ ਸੂਬੇ ਕਾਲੇ ਸੀਗੇ ਵੀ ਜਲਦੀ ਸਾਰਾ ਕੁਛ ਮੁੜ ਦੁਬਾਰਾ ਜਿਹੜਾ ਉਹ ਓਪਨ ਕੀਤਾ ਜਾਵੇ, ਖੋਲ੍ਹਿਆ ਜਾਵੇ, ਪਰ ਇਸ ਟਾਈਮ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਕਈ ਸੂਬਿਆਂ ਦੇ ਵਿੱਚ ਫਿਰ ਜਿਹੜੀਆਂ ਰੋਕਾਂ ਆ ਉਹ ਲਾਉਣੀਆਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ। ਕੈਲੀਫੋਰਨੀਆ ਦੇ ਵਿੱਚ ਵੀ ਹੁਣ ਤਕਰੀਬਨ ਕਈ ਜਿਹੜੀਆਂ ਕਾਊਂਟੀਜ਼ ਹੈਗੀਆਂ, 15 ਦੇ ਤਕਰੀਬਨ ਕਾਊਂਟੀਜ਼ ਆ, ਉਹਨਾਂ ਦੇ ਵਿੱਚ ਬਾਰਜ਼ ਵਗੈਰਾ ਆ ਉਸ ਨੂੰ ਫਿਰ ਦੁਬਾਰਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਆ। ਟੈਕਸਸ ਜਿਹੜਾ ਕਿ ਰੀਓਪਨਿੰਗ ਦੇ ਬਹੁਤ ਕਾਲਾ ਸੀ, ਫਲੋਰੀਡਾ ਵਾਲੇ ਵੀ ਕਾਲੇ ਸੀ, ਉਹਨਾਂ ਨੇ ਵੀ ਹੁਣ ਅਗਲੇ ਜਿਹੜੇ ਆਪਣੇ ਪਲਾਨ ਆ ਰੀਓਪਨਿੰਗ ਦੇ ਮੁੜ ਦੁਬਾਰਾ ਖੋਲ੍ਹਣ ਦੇ, ਉਹਨਾਂ ਦੇ ਉੱਤੇ ਜਿਹੜੀ ਆ ਕੁਛ ਚਿਰ ਦੇ ਲਈ ਵਿਰਾਮ ਜਿਹੜਾ ਉਹ ਲਾ ਦਿੱਤਾ ਹੈਗਾ ਆ। ਸੋ ਕਰੋਨਾ ਵਾਇਰਸ ਦੇ ਆંકੜੇ ਲਗਾਤਾਰ ਜਿਹੜੇ ਆ ਉਹ ਵੱਧਦੇ ਹੀ ਜਾ ਰਹੇ ਨੇ। ਆਉਣ ਵਾਲੇ ਕਈ ਮਹੀਨੇ ਤੱਕ ਆਪਾਂ ਨੂੰ ਅਜਿਹੇ ਹਾਲਾਤਾਂ ਦੇ ਵਿੱਚੋਂ ਗੁਜ਼ਰਨਾ ਪੈ ਸਕਦਾ ਆ। ਸੋ ਤਗੜੇ ਹੋ ਕੇ ਰਹਿਣ ਦੀ ਆਪਾਂ ਸਾਰਿਆਂ ਨੂੰ ਜਿਹੜੀ ਉਹ ਜ਼ਰੂਰਤ ਆ। ਮਾਸਕ ਦੇ ਨਾਲ ਕਿੱਦਾਂ ਰਹਿਣਾ ਆ ਉਹ ਆਪਾਂ ਨੂੰ ਜਿਹੜਾ ਨਾਲ ਦੇ ਨਾਲ ਸਿੱਖਣਾ ਪੈਣਾ ਆ। ਜਿਹੜੇ ਤਾਂ ਪੰਜਾਬੋਂ ਆਏ ਨੇ ਤਾਂ ਉਹ ਤਾਂ ਜਦੋਂ ਵੀ ਟਰੈਵਲ ਕਰਦੇ ਸੀ ਮੂੰਹ ਦੇ ਉੱਤੇ ਕੁਛ ਨਾ ਕੁਛ ਬਣਦੇ ਸੀਗੇ ਘੱਟੇ ਮਿੱਟੀ ਤੋਂ ਬਚਾਅ ਦੇ ਲਈ। ਬਸ ਹੁਣ ਇਹੀ ਸਮਝ ਲਓ ਵੀ ਆਪਾਂ ਆਪਣੇ ਆਪ ਨੂੰ ਅਤੇ ਬਾਕੀਆਂ ਨੂੰ ਜਿਹੜੇ ਇਰਦ ਗਿਰਦ ਹੈਗੇ ਆ ਉਹਨਾਂ ਦੇ ਬਚਾਅ ਵਾਸਤੇ ਆਪਾਂ ਜਿਹੜਾ ਵੀ ਜਦੋਂ ਵੀ ਬਾਹਰ ਜਾਣਾ ਹੈ ਵੀ ਮਾਸਕ ਪਾ ਕੇ ਹੀ ਜਾਇਆ ਜਾਵੇ। ਇਸ ਦੇ ਵਿੱਚ ਕੋਈ ਉਹ ਨਹੀਂ ਹੈਗੀ ਵੀ ਮੈਂ ਬਹੁਤ ਤਗੜਾ ਹਾਂ ਵੀ ਮੈਂ ਜੀ ਮਾਸਕ ਨਹੀਂ ਸੀ ਉਹ ਪਾਇਆ। ਆਈ ਥਿੰਕ ਕਿਸੇ ਇੱਕ ਮੁਲਕ ਦੇ ਰਾਸ਼ਟਰਪਤੀ ਦੇ ਬਾਰੇ ਖਬਰ ਆ ਰਹੀ ਸੀ, ਮੁਲਕ ਦਾ ਮੈਨੂੰ ਨਾਮ ਭੁੱਲ ਗਿਆ ਆ, ਉਹ ਮੰਨਦਾ ਹੀ ਨਹੀਂ ਸੀਗਾ ਵੀ ਕਰੋਨਾ ਵਾਇਰਸ ਹੋਇਆ ਆ, ਪਰ ਕਹਿੰਦੇ ਵੀ ਬਾਅਦ ਦੇ ਵਿੱਚ ਉਹ ਖੁਦ ਵੀ ਉਸ ਤੋਂ ਜਿਹੜਾ ਬੁਰੀ ਤਰ੍ਹਾਂ ਜਿਹੜਾ ਉਹ ਪੀੜਤ ਹੋਇਆ ਅਤੇ ਕਈ ਥਾਵਾਂ ਦੇ ਰਿਪੋਰਟਾਂ ਵੀ ਉਸ ਦੀ ਮੌਤ ਵੀ ਹੋ ਗਈ ਆ। ਸੋ ਇਹ ਆਈ ਥਿੰਕ ਅਫਰੀਕਾ ਦੇ ਇੱਕ ਜੇ ਕਿਸੇ ਮੁਲਕ ਤੋਂ ਖਬਰ ਸੀ। ਬੋਰਿਸ ਜੌਨਸਨ ਦਾ ਆਪਾਂ ਆਲਰੇਡੀ ਦੇਖ ਚੁੱਕੇ ਹੋਏ ਆ। ਅਮਰੀਕਾ ਦੀ ਸੈਨੇਟ ਦੇ ਵਿੱਚ ਰਿਪਰੈਜ਼ੈਂਟੇਟਿਵਸ ਦੇ ਵਿੱਚ ਵੀ ਕਈਆਂ ਨੂੰ ਜਿਹੜਾ ਕਰੋਨਾ ਵਾਇਰਸ ਹੋ ਕੇ ਹਟਿਆ ਆ। ਸੋ ਆਪਾਂ ਸਾਰਿਆਂ ਨੂੰ ਇਹ ਧਿਆਨ ਰੱਖਣ ਦੀ ਜ਼ਰੂਰਤ ਆ। ਬਾਕੀ 1.25 ਲੱਖ ਅਮਰੀਕੀ ਆਲਰੇਡੀ ਇਸ ਦੇ ਕਰਕੇ ਜਿਹੜੇ ਉਹ ਮਰ ਚੁੱਕੇ ਹੋਏ ਨੇ। ਅਗਲੀ ਖਬਰ ਜਿਹੜੀ ਆ ਯੂਰਪੀਅਨ ਯੂਨੀਅਨ ਤੋਂ ਆ ਰਹੀ ਆ। ਉਹਨਾਂ ਨੇ 15 ਮੁਲਕਾਂ ਨੂੰ ਜਿਹੜਾ ਆ ਆਪਸ ਦੇ ਵਿੱਚ ਜਾਣ ਆਉਣਾ ਜਿਹੜਾ ਅਲਾਓ ਕਰ ਦਿੱਤਾ ਹੈਗਾ ਆ ਇਸ ਮੰਗਲਵਾਰ ਤੋਂ, ਜਾਣੀ ਕਿ ਅੱਜ ਤੋਂ। ਸੋ ਯੂਰਪੀਅਨ ਯੂਨੀਅਨ ਦੇ ਜਿੰਨੇ ਵੀ ਮੁਲਕ ਹੈਗੇ ਉਹ ਆਪਸ ਦੇ ਵਿੱਚ ਉੱਥੇ ਦੇ ਜਿਹੜੇ ਵਸਿੰਦੇ ਆ ਉਹ ਇੱਕ ਦੂਜੇ ਮੁਲਕ 'ਚ ਜਾ ਸਕਦੇ ਆ। ਐਕਸੈਪਟ ਉਹਨਾਂ ਨੇ 3 ਕੁ ਮੁਲਕਾਂ ਦੇ ਉੱਤੇ ਜਿਹੜੇ ਬੈਨ ਲਾਇਆ, ਜਿਨ੍ਹਾਂ ਦੇ ਵਿੱਚ ਆਪਣਾ ਮੁਲਕ ਵੀ ਆ, ਅਮਰੀਕਾ, ਬ੍ਰਾਜ਼ੀਲ। ਇੱਥੇ ਦੇ ਜਿਹੜੇ ਲੋਕ ਹੈਗੇ ਆ ਉਹ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਹੈਗੇ, ਚਾਹੇ ਉਹ UK ਆ ਜਾਂ ਜਰਮਨੀ ਆ ਜਾਂ ਹੋਰ ਆ, ਉੱਥੇ ਵਿਜ਼ਿਟ ਨਹੀਂ ਕਰ ਸਕਦੇ ਹੈਗੇ। ਉਹਦਾ ਰੀਜ਼ਨ ਉਹਨਾਂ ਨੇ ਇਹੀ ਦੱਸਿਆ ਵੀ USA ਦੇ ਵਿੱਚ ਜਿਹੜੀ ਕਰੋਨਾ ਵਾਇਰਸ ਦੀ ਪੀੜਤ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ। ਜੇ ਆਪਾਂ ਅੱਜ ਦੇ ਮੈਪ ਵੱਲ ਦੇਖੀਏ ਤਾਂ ਯੂਰਪੀਅਨ ਯੂਨੀਅਨ ਦੇ ਵਿੱਚ ਡੇਲੀ ਜਿਹੜੇ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਕਲੋਜ਼ ਟੂ 5000 ਆ, ਪਰ USA ਦੇ ਵਿੱਚ ਹੁਣ ਇਹ 40,000 ਦੇ ਕਰੀਬ ਚਲੇ ਗਈ ਆ। ਸੋ ਟੋਟਲੀ ਜਿਹੜਾ ਆ ਮੈਪ ਇਹ ਆਪੋਜ਼ਿਟ ਜਾ ਰਿਹਾ। ਸੋ ਬਹੁਤ ਜ਼ਿਆਦਾ ਗਿਣਤੀ ਜਿਹੜੀ ਆ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ USA ਦੇ ਵਿੱਚ ਵੱਧ ਰਹੀ ਹੈਗੀ ਆ। ਸੋ ਇਹਨੂੰ ਦੇਖਦੇ ਹੋਏ ਉਹਨਾਂ ਨੇ ਪੂਰਾ ਜਿਹੜਾ ਬੈਨ ਲਾਇਆ ਹੈਗਾ। ਇਸੇ ਤਰ੍ਹਾਂ ਆਪਣਾ ਜਿਹੜਾ ਗੁਆਂਢੀ ਮੁਲਕ ਆ ਉਹਨਾਂ ਨੇ ਵੀ ਉਹਨਾਂ ਦੀ ਜਿਹੜੀ ਡੇਟ ਸੀਗੀ ਜੂਨ 30 ਤੱਕ ਕੋਈ ਵੀ ਫੋਰਨਰ ਉੱਥੇ ਵਿਜ਼ਿਟ ਨਹੀਂ ਕਰ ਸਕਦਾ ਸੀ, ਉਹ ਡੇਟ ਉਹਨਾਂ ਨੇ 1 ਮਹੀਨੇ ਲਈ ਹੋਰ ਐਕਸਟੈਂਡ ਕਰ ਦਿੱਤੀ ਹੈ, ਜੁਲਾਈ 31 ਕੀਤੀ ਆ ਕੈਨੇਡਾ ਨੇ। ਸੋ ਕੈਨੇਡਾ ਦੇ ਵਿੱਚ ਸਿਰਫ ਕੈਨੇਡੀਅਨ ਸਿਟੀਜ਼ਨ
ਜਾਂ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟ ਜਾਂ ਜਿਹੜੇ ਅਮਰੀਕਨਸ ਹੈਗੇ ਆ ਉਹ ਹੀ ਵਿਜ਼ਿਟ ਕਰ ਸਕਦੇ ਹੈਗੇ, ਈਵਨ ਦੋ ਉਹਨਾਂ ਨੇ ਬਾਰਡਰ ਜਿਹੜੇ ਆ ਬੰਦ ਕੀਤੇ ਹੋਏ ਹੈਗੇ ਆ। ਸੋ ਮਤਲਬ ਨਾਨ ਅਸੈਂਸ਼ੀਅਲ ਵਰਕ ਦੇ ਲਈ ਅਮਰੀਕਾ ਲਈ ਨਹੀਂ ਖੁੱਲ੍ਹਾ, ਜਿਹੜੇ ਇਹਨਾਂ ਦੇ ਜ਼ਰੂਰੀ ਕੰਮ ਹੈਗੇ ਆ ਜਾਂ ਟਰੱਕਿੰਗ ਵਾਲੇ ਆ ਜਾਂ ਜਿਨ੍ਹਾਂ ਦਾ ਆਉਣਾ ਜਾਣਾ ਅਜਿਹੇ ਜ਼ਰੂਰੀ ਕੰਮਾਂ ਵਾਸਤੇ ਹੀ ਜਿਹੜਾ ਓਪਨ ਆ, ਉੱਦਾਂ ਉਹਨਾਂ ਨੇ ਅਮਰੀਕਨਸ ਨੂੰ ਵੀ ਅਜੇ ਆਉਣ ਤੋਂ ਜਿਹੜੀ ਕਹਿ ਲਓ ਵੀ ਆਗਿਆ ਨਹੀਂ ਦਿੱਤੀ। ਉੱਥੇ ਤਾਂ ਕਾਫੀ ਇੱਕ ਵੇਵ ਚੱਲ ਰਹੀ ਹੈ, ਕਹਿੰਦੇ ਵੀ ਬਾਰਡਰ ਨੂੰ ਜਿਹੜਾ ਚੰਗੀ ਤਰ੍ਹਾਂ ਕਲੋਜ਼ ਡਾਊਨ ਕਰਕੇ ਰੱਖੋ, ਵੀ ਅਮਰੀਕਾ ਵਾਲਿਆਂ ਨੇ ਬਾਅਦ 'ਚ ਇੱਧਰ ਨੂੰ ਜਿਹੜਾ ਉਹ ਭੱਜਣਾ ਹੈ ਅਤੇ ਸਾਡੇ ਵਿੱਚ ਵੀ ਹੋਰ ਬਿਮਾਰੀ ਜਿਹੜੀ ਉਹ ਫੈਲਾਉਣਗੇ। ਹਰਜੋਤ ਸਿੰਘ ਜੀ, ਆਪਾਂ ਸ਼ੋਰ ਨਹੀਂ ਹਾਂ ਵੀ UK ਨੂੰ ਜਿਹੜਾ ਰੋਕਿਆ ਗਿਆ ਹੈ ਜਾਂ ਨਹੀਂ, ਕਿਉਂਕਿ ਉਹ ਯੂਰਪੀਅਨ ਸੰਘ ਦਾ ਹੁਣ ਹਿੱਸਾ ਨਹੀਂ ਹੈਗਾ। ਸੋ 27 ਮੁਲਕਾਂ ਨੇ ਜਿਹੜੇ ਯੂਰਪੀਅਨ ਸੰਘ ਦੇ 27 ਮੁਲਕ ਆ, ਉੱਥੇ ਜਿਹੜਾ ਅਮਰੀਕਨਸ ਦਾ ਜਿਹੜਾ ਟਰੈਵਲ ਆ ਉਹ ਬੰਦ ਜਿਹੜਾ ਉਹ ਹੋਇਆ ਹੈਗਾ ਆ। ਉਹ ਉੱਥੋਂ ਅੱਜ ਜਿਹੜੀ ਅਨਾਊਂਸਮੈਂਟ ਆ ਉਹ ਆਈ ਆ। ਸੋ UK ਨੇ ਪਤਾ ਨਹੀਂ ਵੀ ਅਜੇ ਕਨਫਰਮ ਨਹੀਂ ਹੈਗੀ ਉਹ ਰਿਪੋਰਟ ਵੀ ਉਹ ਉੱਥੇ ਉਹਨਾਂ ਨੇ ਆਉਣ ਜਾਣ ਜਿਹੜਾ ਅਜੇ ਬੰਦ ਕੀਤਾ ਹੈ ਕਿ ਨਹੀਂ। ਉੱਦਾਂ ਅਮਰੀਕਾ ਦੇ ਵਿੱਚ ਇੱਕ ਟਾਈਮ ਦੇ ਉੱਤੇ ਯੂਰਪ ਦੇ ਸਾਰੇ ਹੀ ਮੁਲਕਾਂ ਤੋਂ ਜਿਹੜਾ ਟਰੈਵਲ ਆ ਉਹ ਕੁਝ ਸਮੇਂ ਦੇ ਲਈ ਤਕਰੀਬਨ 60 ਦਿਨ ਦੇ ਲਈ 30-60 ਦਿਨ ਦੇ ਲਈ ਜਿਹੜਾ ਉਦੋਂ ਬੰਦ ਕੀਤਾ ਗਿਆ ਸੀਗਾ ਜੀ। ਸੋ ਬਿਲਕੁਲ ਜਿਹੜੇ ਉਹਨਾਂ ਨੇ 3 ਮੁਲਕ ਦੱਸੇ ਹੈਗੇ ਆ, ਮਤਲਬ 15 ਮੁਲਕਾਂ ਨੇ ਵੀ ਜਿੱਥੇ ਦੇ ਲੋਕ ਨਹੀਂ ਜਾ ਸਕਦੇ, ਬ੍ਰਾਜ਼ੀਲ, US ਅਤੇ ਰਸ਼ੀਆ, ਕਿਉਂਕਿ ਬ੍ਰਾਜ਼ੀਲ ਦੇ ਵਿੱਚ ਵੀ ਜਿਹੜੇ ਕੇਸਾਂ ਦੀ ਗਿਣਤੀ ਆ ਉਹ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਆ ਰਹੀ ਆ, ਜਿਹੜੇ ਅਰਥ ਸ਼ਾਸਤਰੀ ਹੈਗੇ ਨੇ ਉਹ ਕਹਿ ਰਹੇ ਨੇ ਵੀ ਜੇ ਨੈਸ਼ਨਲ ਲੈਵਲ ਦੇ ਉੱਤੇ ਮਾਸਕ ਮੈਂਡੇਟ ਕੀਤਾ ਜਾਵੇ ਤਾਂ ਕਹਿੰਦੇ ਉਹਦੇ ਨਾਲ 5% GDP ਦਾ ਬਚਾਅ ਹੋ ਸਕਦਾ ਹੈ। ਤੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਵੀ ਜੇ ਮਾਸਕ ਪਾ ਕੇ ਲੋਕ ਘੁੰਮਣਗੇ ਜਾਂ ਜੇ ਬਾਹਰ ਜਾਣਾ ਆ ਉਹ ਜਾਣਗੇ ਤਾਂ ਬਿਮਾਰ ਹੋਣ ਦੇ ਚਾਂਸ ਥੋੜ੍ਹੇ ਜਿਹੜੇ ਇਸ ਦੇ ਵਿੱਚ ਘੱਟ ਜਾਂਦੇ ਨੇ, ਘੱਟ ਬਿਮਾਰ ਹੋਣਗੇ, ਹਸਪਤਾਲਾਂ ਦੇ ਉੱਤੇ ਜਿਹੜਾ ਪ੍ਰੈਸ਼ਰ ਉਹ ਘੱਟ ਰਹੂਗਾ, ਇਕੋਨਮੀ ਦੇ ਵਿੱਚ ਜਿਹੜੇ ਲੋਕ ਕੰਮ ਕਰ ਰਹੇ ਆ ਜੇ ਉਹ ਬਿਮਾਰ ਹੋ ਜਾਂਦੇ ਆ ਉਹਨਾਂ ਬਿਜ਼ਨਸਿਸ ਨੂੰ ਬੰਦ ਜਿਹੜਾ ਉਹ ਨਹੀਂ ਹੋਣਾ ਪਊਗਾ, ਅਤੇ ਕਹਿੰਦੇ ਇਨ ਦੀ ਐਂਡ ਇਸ ਦਾ ਫਾਇਦਾ ਹੀ ਹੋਊਗਾ। ਆਈ ਥਿੰਕ ਅਮਰੀਕੀ ਲੋਕ ਦੂਜਿਆਂ ਦੇ ਮਦਦ ਨੂੰ ਲੈ ਕੇ ਤਾਂ ਆਪਾਂ ਦੇਖ ਰਹੇ ਹਾਂ ਵੀ ਉਹ ਗਾਹ ਨਹੀਂ ਆ ਰਹੇ ਇੰਨੇ ਜ਼ਿਆਦਾ, ਵੀ ਇੱਕ ਦੂਜੇ ਨੂੰ ਕਈ ਥਾਵਾਂ ਦੇ ਤਾਂ ਆਪਾਂ ਵੀਡੀਓ ਦੇਖਦੇ ਗਾਲਾਂ ਕੱਢਦੇ ਆ, ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ। ਸ਼ਾਇਦ ਇਸ ਡਾਲਰ ਦੀ GDP ਨੂੰ ਬਚਾਉਣ ਦੇ ਚੱਕਰ 'ਚ, ਇਕੋਨਮੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਸ਼ਾਇਦ ਇਸ ਗੱਲ ਦੇ ਪਿੱਛੇ ਲੱਗ ਕੇ ਹੀ ਇਹ ਮਾਸਕ ਜਿਹੜੇ ਉਹ ਲਾ ਲੈਣ। ਬਹੁਤ ਜਿਹੜੇ ਆ ਇਹ ਸਿਚੁਏਸ਼ਨ ਇੱਦਾਂ ਦੀ ਦੇਖ ਕੇ ਜਿਹੜਾ ਹਾਸਾ ਵੀ ਆਉਂਦਾ ਵੀ ਕੀ ਲੋਕ ਜਿਹੜੇ ਆਪਣੇ ਦਿਮਾਗ ਦੇ ਵਿੱਚ ਉਹ ਸੋਚ ਰਹੇ ਨੇ ਵੀ ਜਿਵੇਂ ਮਾਸਕ ਪਾ ਲਿਆ ਅਤੇ ਫਿਰ ਪਤਾ ਨਹੀਂ ਮੈਨੂੰ ਕਿਤੇ ਸਰਕਾਰ ਦਾ ਮੈਂ ਕਿਤੇ ਕੈਦੀ ਬਣ ਗਿਆ ਆ। ਇੱਦਾਂ ਦੀ ਗੱਲ ਨਹੀਂ ਹੈ। ਹਾਲ ਦੀ ਘੜੀ ਜਿਹੜਾ ਮਾਸਕ ਪਾਉਣ ਵਾਲੀ ਜਿਹੜੀ ਗੱਲ ਆ ਉਸ ਦੇ ਨਾਲ ਆਪਣਾ ਅਤੇ ਜਿਹੜੇ ਆਪਣੇ ਨਾਲ ਇਰਦ ਗਿਰਦ ਹੈਗੇ ਲੋਕਾਂ ਦਾ ਉਹਨਾਂ ਤੋਂ ਅਤੇ ਉਹਨਾਂ ਨੂੰ ਜਿਹੜਾ ਉਹ ਬਚਾਉਣ ਦਾ ਹੀ ਇਸ ਦੇ ਵਿੱਚ ਮਕਸਦ ਹੈਗਾ ਆ। ਸੋ ਬਿਲਕੁਲ ਆਪਾਂ ਇੱਕ ਦੋ ਖਬਰਾਂ ਸਾਂਝੀਆਂ ਕਰਨੀਆਂ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਰਾਜਕਰਮਵੀਰ ਸਿੰਘ ਜੀ ਆਪਾਂ ਆਪਣੇ ਜਿਹੜੇ ਸਰੋਤੇ ਉਹਨਾਂ ਦੇ ਵੀ ਵਿਚਾਰ ਲਵਾਂਗੇ ਵੀ ਜਿਹੜਾ ਮਾਸਕ ਆ ਉਹ ਪਾਉਣਾ ਚਾਹੀਦਾ, ਨਹੀਂ ਪਾਉਣਾ ਚਾਹੀਦਾ, ਕਿਹੜੀ ਜਗ੍ਹਾ 'ਤੇ ਪਾਉਣਾ ਚਾਹੀਦਾ। ਕਈ ਆਪਾਂ ਦੇਖਦੇ ਗੁਰੂ ਘਰਾਂ 'ਚ ਵੀ ਜਾਂਦੇ ਆ ਤਾਂ ਨਹੀਂ ਪਾਉਂਦੇ ਹੈਗੇ, ਆਪਾਂ ਜਿਹੜੇ ਆ ਇੱਕ ਤਰ੍ਹਾਂ ਦੇ ਨਾਲ ਕੇਅਰਲੈਸ ਹੋ ਜਾਂਦੇ ਆ। ਸੋ ਉਹ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਨਾਲ ਜਿਹੜਾ ਆ ਤੁਹਾਡੇ ਵਿਚਾਰ ਸਾਂਝੇ ਕਰਾਂਗੇ। ਪਰ ਇੱਕ ਖਬਰ ਜਿਹੜੀ ਆ PPP ਲੋਨਸ ਨੂੰ ਲੈ ਕੇ ਆ ਉਹ ਆਪਾਂ ਜੇ ਤੁਹਾਡੇ ਨਾਲ ਸਾਂਝੀ ਕਰਦੇ ਜਾਈਏ, ਅੱਜ ਲਾਸਟ ਡੇਟ ਹੈਗੀ ਆ PPP ਲੋਨਸ ਜਿਹੜੀ ਆ ਜੇ ਕਿਸੇ ਨੇ ਅਪਲਾਈ ਕਰਨਾ ਹੈਗਾ। ਹਜੇ ਵੀ ਜਿਹੜਾ ਫੈਡਰਲ ਗਵਰਨਮੈਂਟ ਕਹਿੰਦੀ ਆ ਵੀ ਸਾਡੇ ਕੋਲ $134 ਬਿਲੀਅਨ ਜਿਹੜਾ ਪਿਆ ਹੈਗਾ ਆ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਲਈ। ਸੋ ਜੇ ਕਿਸੇ ਵੀ ਸਮਾਲ ਬਿਜ਼ਨਸ ਨੇ ਜਿਹੜਾ ਲੋਨ ਇਹ ਨਹੀਂ ਅਪਲਾਈ ਕੀਤਾ, ਤੁਹਾਡੇ ਇੰਪਲਾਈ ਸੀਗੇ ਅਤੇ ਫਰਵਰੀ 2020 ਤੋਂ ਪਹਿਲਾਂ ਅਤੇ ਤਾਂ ਤੁਸੀਂ ਇਹ ਲੋਨ ਅਪਲਾਈ ਕਰ ਸਕਦੇ ਆ। ਬਹੁਤ ਸਾਰੀਆਂ ਹੁਣ ਔਨਲਾਈਨ ਕੰਪਨੀਜ਼ ਹੈਗੀਆਂ ਆ, ਹੁਣ ਬੈਂਕਾਂ ਵੀ ਅੱਜ ਦਾ ਦਿਨ ਜਿਹੜਾ ਆ ਆਖਰੀ ਹੈਗਾ ਆ ਇਸ ਲੋਨ ਨੂੰ ਅਪਲਾਈ ਕਰਨ ਦੇ ਲਈ। ਜੀ ਬਿਲਕੁਲ। ਸੋ $130 ਬਿਲੀਅਨ ਕਾਫੀ ਵੱਡੀ ਰਕਮ ਹੁੰਦੀ ਆ। ਸੋ ਜਿਹੜੇ ਰਹਿ ਗਏ ਨੇ ਉਹ ਮੁੜ ਦੁਬਾਰਾ ਜਿਹੜੇ ਇਸ PPP ਲੋਨਸ ਦੇ ਲਈ ਅਪਲਾਈ ਜਿਹੜੇ ਕਰ ਸਕਦੇ ਹੋ। ਜਿਨ੍ਹਾਂ ਨੂੰ ਨਕਾਰਿਆ ਵੀ ਗਿਆ ਆ ਪਹਿਲੀ ਵਾਰੀ, ਉਹ ਦੁਬਾਰਾ ਜਿਹੜੇ ਉਹ ਕਰ ਸਕਦੇ। ਕਈ ਵਾਰੀ ਜੇ ਤੁਹਾਡੀ ਬੈਂਕ ਜਿਹੜੀ ਉਹ ਨਹੀਂ ਮੰਨ ਰਹੀ ਤਾਂ ਕਿਸੇ ਹੋਰ ਬੈਂਕ ਦੇ ਜ਼ਰੀਏ ਔਨਲਾਈਨ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਹੈਗਾ, ਪਰ ਸਕੈਮ ਤੋਂ ਵੀ ਬਚਿਓ। ਇਹ ਵੀ ਜਿਹੜੇ ਨਾਲ ਦੇ ਨਾਲ ਚੀਜ਼ਾਂ ਜਿਹੜੀਆਂ ਉਹ ਸੋ ਜਿਹੜੀ ਵੀ ਬੈਂਕ 'ਚ ਤੁਸੀਂ ਅਪਲਾਈ ਕਰਨਾ ਹੈ ਉਹ SBA ਦੀ ਵੈਬਸਾਈਟ 'ਤੇ ਜਾ ਕੇ ਦੇਖ ਲਿਓ। ਉੱਥੇ ਸਾਰੀਆਂ ਹੀ, ਚਾਹੇ ਉਹ ਔਨਲਾਈਨ ਬੈਂਕਾਂ ਆ ਚਾਹੇ ਰੈਗੂਲਰ ਬੈਂਕਸ ਹੈਗੀਆਂ, ਉਹਨਾਂ ਦੇ ਪੂਰੇ ਜਿਹੜੇ ਆ ਨਾਮ ਦਿੱਤੇ ਗਏ ਆ। ਸੋ ਉੱਥੇ ਜਾ ਕੇ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਫਲੋਰੀਡਾ ਦੀ ਸਿਟੀ ਕਾਉਂਸਲ ਨੇ ਕਹਿੰਦੇ ਸਰਬਸੰਮਤੀ ਦੇ ਨਾਲ ਮਾਸਕ ਆਰਡਰ ਆ ਉਸ ਨੂੰ ਰਿਸਿੰਡ ਕਰ ਲਿਆ, ਵਾਪਸ ਜਿਹੜਾ ਉਹ ਲੈ ਲਿਆ ਆ। ਮਿਲਟਨ ਇਲਾਕਾ ਆ ਫਲੋਰੀਡਾ ਦੇ ਵਿੱਚ, ਉੱਥੇ ਕਹਿੰਦੇ ਵੀ ਹੁਣ ਫੇਸ ਕਵਰਿੰਗਸ ਆ ਉਹ ਪਾਉਣ ਦੀ ਜ਼ਰੂਰਤ ਨਹੀਂ ਹੈਗੀ। ਉੱਥੋਂ ਦੇ ਸਿਟੀ ਕਾਉਂਸਲ ਮੈਂਬਰਸ ਆ ਉਹਨਾਂ ਨੇ ਇਹ ਮਤਾ ਜਿਹੜਾ ਉਹ ਪਾਸ ਕੀਤਾ ਹੈਗਾ ਆ।
ਬਹੁਤ ਸਾਰੇ ਜਿਹੜੇ ਕਈ ਲੋਕ ਆ ਇਸ ਚੀਜ਼ ਦੀ ਆਲੋਚਨਾ ਕਰ ਰਹੇ ਆ ਵੀ ਇੱਦਾਂ ਦਾ ਜਿਹੜਾ ਫੈਸਲਾ ਆ ਇਸ ਸਿਟੀ ਕੌਂਸਲ ਨੂੰ ਜਿਹੜਾ ਉਹ ਨਹੀਂ ਸੀ ਲੈਣਾ ਚਾਹੀਦਾ। ਉੱਥੋਂ ਦੀ ਮੇਅਰ ਹੈਦਰ ਲਿੰਡਸੀ ਨੇ ਬੀਤੇ ਸ਼ੁੱਕਰਵਾਰ ਕਹਿੰਦੇ ਆ ਵੀ ਪਹਿਲਾਂ ਇਸ ਚੀਜ਼ ਨੂੰ ਜਿਹੜਾ ਯੂਨੈਨਿਮਸਲੀ ਜਿਹੜਾ ਆ ਉਹ ਰਿਸਿੰਡ ਕਰਨ ਦਾ ਇਹ ਸਪੈਸ਼ਲ ਮੀਟਿੰਗ ਦੇ ਵਿੱਚ ਫੈਸਲਾ ਲੈ ਲਿਆ ਸੀਗਾ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਫਲੋਰੀਡਾ ਦੇ ਵਿੱਚ ਵੀ ਕਾਫੀ ਤੇਜ਼ੀ ਦੇ ਨਾਲ ਜਿਹੜੇ ਕਰੋਨਾ ਵਾਇਰਸ ਦੇ ਕੇਸ ਜਿਹੜੇ ਉਹ ਫੈਲ ਰਹੇ ਆ। ਇੱਕ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਆਪਾਂ ਦੇਖ ਰਹੇ ਸੀ ਨਿਊਯਾਰਕ, ਨਿਊ ਜਰਸੀ ਨੂੰ ਵੀ ਕਿਸ ਤਰੀਕੇ ਦੇ ਨਾਲ ਉੱਥੇ ਲੋਕ ਧੜਾ ਧੜ ਜਿਹੜੇ ਆ ਉਹ ਇਸ ਦੀ ਚਪੇਟ ਦੇ ਵਿੱਚ ਆ ਰਹੇ ਸੀਗੇ, ਲਪੇਟ 'ਚ ਆ ਰਹੇ ਸੀਗੇ ਅਤੇ ਕਿੰਨੀਆਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੀਆਂ ਉੱਥੇ ਮੌਤਾਂ ਹੋਈਆਂ ਆ। ਉਹੀ ਹਾਲਾਤ ਹੁਣ ਫਲੋਰੀਡਾ, ਟੈਕਸਸ ਦੇ ਵਿੱਚ ਜਿਹੜੇ ਉਹ ਬਣਦੇ ਜਾ ਰਹੇ ਆ। ਕੱਲ੍ਹ ਟੈਕਸਸ ਦੇ ਵਿੱਚ 6000 ਨਵੇਂ ਲੋਕ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਹੋਏ ਜਿਹੜੇ ਕਰੋਨਾ ਵਾਇਰਸ ਦੇ ਕਰਕੇ। ਸੋ ਇਕੱਲੇ ਕੇਸ ਹੀ ਨਹੀਂ ਆ ਰਹੇ, ਲੋਕ ਜਿਹੜੇ ਆ ਹਸਪਤਾਲਾਂ ਦੇ ਵਿੱਚ ਵੀ ਉਹਨਾਂ ਨੂੰ ਦਾਖਲਾ ਲੈਣਾ ਪੈ ਰਿਹਾ ਆ। ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਇਸ ਕਰੋਨਾ ਵਾਇਰਸ ਦੇ ਕਰਕੇ ਹੋਰ ਬਹੁਤ ਸਾਰੀ ਜ਼ਰੂਰੀ ਮੈਡੀਕਲ ਸੇਵਾਵਾਂ ਆ ਉਹ ਠੱਪ ਹੋ ਗਈਆਂ ਸੀ, ਉਹ ਬੰਦ ਹੋ ਗਈਆਂ ਸੀ, ਜਿਸ ਕਰਕੇ ਜਿਹੜੇ ਹੋਰ ਬਿਮਾਰੀਆਂ ਦੇ ਕਰਕੇ ਪਰੇਸ਼ਾਨ ਸੀਗੇ ਲੋਕ, ਉਹਨਾਂ ਨੂੰ ਬਹੁਤ ਸਮੱਸਿਆਵਾਂ ਜਿਹੜੀਆਂ ਉਹ ਝੱਲਣੀਆਂ ਪਈਆਂ। ਕੁਛ ਕੁ ਰਾਹਤ ਕੁਛ ਕੁ ਹਫ਼ਤਿਆਂ ਦੇ ਲਈ ਆਈ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੁੜ ਦੁਬਾਰਾ ਚਾਲੂ ਹੋਈਆਂ, ਪਰ ਹੁਣ ਦੁਬਾਰਾ ਕਰੋਨਾ ਵਾਇਰਸ ਦੇ ਮੁੜ ਉੱਭਰਨ ਦੇ ਕਰਕੇ ਇਹ ਜਿਹੜੀਆਂ ਮੁੜ ਦੂਜੀਆਂ ਸੇਵਾਵਾਂ ਆ ਉਹ ਬੰਦ ਹੋ ਸਕਦੀਆਂ ਨੇ ਅਤੇ ਹਸਪਤਾਲਾਂ ਵਾਲਿਆਂ ਨੂੰ ਤਾਂ ਇਹ ਕੌੜਾ ਘੁੱਟ ਜਿਹੜਾ ਉਹ ਭਰਨਾ ਹੀ ਪੈ ਰਿਹਾ ਹੈਗਾ ਆ, ਕਿਉਂਕਿ ਇਹ ਜਿਹੜੀ ਆ ਇੱਕ ਹਾਲ ਦੀ ਘੜੀ ਤਾਂ ਲਾ ਇਲਾਜ ਬਿਮਾਰੀ ਆ। ਜੇ ਕਿਸੇ ਦੇ ਰੱਬ ਪੱਖੋਂ ਕਿਸੇ ਦੇ ਮਿਹਰ ਹੋ ਜੇ ਤਾਂ ਬਚਾਅ ਹੋ ਜਾਂਦਾ ਆ, ਨਹੀਂ ਤਾਂ ਆਪਾਂ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਲੋਕ ਆ ਉਹ ਇਸ ਦੇ ਕਰਕੇ ਜਿਹੜੇ ਉਹ ਮਰ ਰਹੇ ਨੇ। ਅਤੇ ਉੱਧਰ ਇੱਕ ਹੋਰ ਹਰਜੋਤ ਸਿੰਘ ਜੀ ਸਵਾਈਨ ਫਲੂ ਦੀ ਖਬਰ ਜਿਹੜੀ ਉਹ ਆ ਰਹੀ ਸੀ, ਕਹਿੰਦੇ ਚਾਈਨਾ ਦੇ ਵਿੱਚ ਇੱਕ ਹੋਰ ਸਵਾਈਨ ਫਲੂ ਦਾ ਖਦਸ਼ਾ ਜਿਹੜਾ ਉਹ ਪ੍ਰਗਟ ਕੀਤਾ ਜਾ ਰਿਹਾ ਆ, ਜਿਹੜਾ ਕਿ ਇੱਕ ਹੋਰ ਪੈਂਡੈਮਿਕ ਦਾ ਰੂਪ ਧਾਰਨ ਕਰ ਸਕਦਾ ਆ। ਪਰ ਉਸ ਦੇ ਬਾਬਤ ਚੰਗੀ ਖਬਰ ਇਹ ਵੀ ਨਾਲ ਦੇ ਨਾਲ ਹੈਗੀ, ਕਿਉਂਕਿ ਉਹ ਪੁਰਾਣੇ ਕਿਸੇ ਸਵਾਈਨ ਫਲੂ ਦੇ ਨਾਲ ਮਿਲਦਾ ਜੁਲਦਾ ਹੈਗਾ ਆ। ਸੋ ਇਸ ਵਾਰ ਜਿਹੜੇ ਫਲੂ ਸੀਜ਼ਨ ਦੇ ਵਿੱਚ ਆਪਾਂ ਨੂੰ ਕਹਿੰਦੇ ਵੀ ਜਿਹੜੇ ਟੀਕੇ ਆਉਣੀਆਂ, ਵੈਕਸੀਨੇਸ਼ਨ ਹੋਣੀਆਂ, ਉਸ ਦਾ ਜਿਹੜਾ ਕਿਤੇ ਨਾ ਕਿਤੇ ਕਹਿੰਦੇ ਆ ਵੀ ਉਹ ਟਰਾਈ ਕਰ ਰਹੇ ਆ ਵੀ ਉਸ ਵੈਕਸੀਨ ਦੇ ਵਿੱਚ ਉਸ ਨੂੰ ਇਨਕਲੂਡ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਉਸ ਦੇ ਪ੍ਰਤੀ ਇਮਿਊਨਿਟੀ ਜਿਹੜੀ ਉਹ ਬਣ ਸਕੇ। ਪਰ ਇੱਕ ਖਤਰਾ ਇੱਕ ਹੋਰ ਨਵੇਂ ਫਲੂ ਦਾ ਉਹ ਚਾਈਨਾ ਦੇ ਵਿੱਚੋਂ ਉੱਭਰ ਕੇ ਦੁਬਾਰਾ ਉਹ ਆ ਰਿਹਾ ਹੈ ਜੀ। ਸੋ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀ ਅੱਜ ਡਾਓ ਜੋਨ ਇੰਡਸਟਰੀਅਲ ਸਟਾਕ ਮਾਰਕੀਟ ਉਹ ਵੀ 100 ਪੁਆਇੰਟ ਦੇ ਕਰੀਬ ਜਿਹੜੀ ਹੈਗੀ ਆ ਡਰੋਪ ਕੀਤੀ ਆ। ਬੋਇੰਗ ਦੇ ਜਿਹੜੇ ਸਟਾਕਸ ਆ ਉਹ 7% ਦੇ ਕਰੀਬ ਡਾਊਨ ਗਏ ਹੈਗੇ ਆ। ਸੋ ਇਸੇ ਤਰ੍ਹਾਂ ਹਾਂਗਕਾਂਗ ਤੋਂ ਖਬਰ ਆ ਰਹੀ, ਹਾਂਗਕਾਂਗ ਦੇ ਵਿੱਚ ਚਾਈਨਾ ਨੇ ਇੱਕ ਜਿਹੜਾ ਹਾਂਗਕਾਂਗ ਨੈਸ਼ਨਲ ਸਿਕਿਉਰਿਟੀ ਲਾ ਜਿਹੜਾ ਹੈਗਾ ਆ ਉਹ ਪਾਸ ਕਰ ਦਿੱਤਾ ਆ। ਸੋ ਉਹਨਾਂ ਨੇ ਬਹੁਤ ਹੁਣ ਸਖਤੀਆਂ ਕਰ ਦਿੱਤੀਆਂ ਆ। ਜਿਸ ਤਰ੍ਹਾਂ ਪਹਿਲਾਂ ਸੀਗਾ ਵੀ ਵੱਖ-ਵੱਖ ਲਾ ਹੋ ਸਕਦਾ ਹਾਂਗਕਾਂਗ ਅਤੇ ਚਾਈਨਾ 'ਚ, ਪਰ ਪਿਛਲੇ ਮਹੀਨਿਆਂ 'ਚ ਜਿੰਨੇ ਪ੍ਰੋਟੈਸਟ ਹੋਏ ਆ ਉਹਦੇ ਵੱਲ ਦੇਖਦੇ ਹੋਏ ਜਿਹੜੀ ਕਹਿੰਦੇ ਵੀ ਉੱਥੇ ਦੀ ਬੀਜਿੰਗ ਦੀ ਟੌਪ ਲਾ ਮੇਕਿੰਗ ਬੋਡੀ ਹੈਗੀ ਆ ਨੈਸ਼ਨਲ ਪੀਪਲਸ ਕਾਂਗਰਸ, ਉਹਨਾਂ ਨੇ ਯੂਨੈਨਿਮਸਲੀ ਜਿਹੜਾ ਆ ਅੱਜ ਸਵੇਰੇ ਇਹ ਲਾ ਜਿਹੜਾ ਪਾਸ ਕਰ ਦਿੱਤਾ ਹੈ, ਜਿਹੜਾ ਕਿ ਹਾਂਗਕਾਂਗ ਦੀ ਲੈਜਿਸਲੇਸ਼ਨ ਨੂੰ ਬਾਈਪਾਸ ਕਰਦਾ ਹੈਗਾ ਆ। ਸੋ ਇਹਦੇ ਸੰਬੰਧ ਦੇ ਵਿੱਚ ਬਹੁਤ ਜਿਹੜੇ ਮੁਲਕ ਆ ਉਹ ਆਪੋਜੀਸ਼ਨ ਦੇ ਵਿੱਚ ਆਏ ਹੈਗੇ ਆ। ਰਿਐਕਸ਼ਨ ਬਹੁਤ ਇਹਦਾ ਹੋਇਆ ਹੈਗਾ ਆ ਵੀ ਇਹ ਸ਼ਰੇਆਮ ਧੱਕਾ ਹੈਗਾ। ਇੱਕ ਯੋਸ਼ੂਆ ਵੋਂਗ ਨਾਮ ਦਾ ਐਕਟੀਵਿਸਟ ਜਿਹੜਾ ਆ, ਜਿਸ ਨੇ ਪਿਛਲੇ 2014 ਸੰਨ ਦੇ ਵਿੱਚ ਪ੍ਰੋ ਡੈਮੋਕ੍ਰੇਸੀ ਦੇ ਪ੍ਰੋਟੈਸਟ ਹਾਂਗਕਾਂਗ 'ਚ ਕੀਤੇ ਸੀ, ਉਹ ਕਹਿੰਦੇ ਵੀ ਇਸ ਦੇ ਨਾਲ, ਇਸ ਨਵੇਂ ਲਾਅ ਬਣਨ ਦੇ ਨਾਲ ਜਿਹੜਾ ਹਾਂਗਕਾਂਗ ਆ ਇਹਦਾ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਜਿਹੜੇ ਲੋਕ ਇਸ ਨੂੰ ਪਹਿਲਾਂ ਜਾਣਦੇ ਸੀ ਉਹ ਬਿਲਕੁਲ ਖਾਤਮਾ ਹੋ ਗਿਆ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਨੇਟਰ ਜਿਹੜੇ ਰੈਂਡ ਪੌਲ ਆ, ਉਹਨਾਂ ਨੇ ਕਿਹਾ ਵੀ ਆਪਾਂ ਨੂੰ ਇਹ ਨਹੀਂ ਮੰਨਣਾ ਚਾਹੀਦਾ ਵੀ ਜਿਹੜੇ ਐਕਸਪਰਟਸ ਦਾ ਇੱਕ ਗਰੁੱਪ ਹੈਗਾ ਆ ਉਹਨਾਂ ਨੂੰ ਇਹ ਪਤਾ ਹੈ ਵੀ ਆਪਣੇ ਸਾਰਿਆਂ ਦੇ ਲਈ ਕੀ ਬੈਸਟ ਹੈਗਾ ਆ। ਇਹ ਰੈਂਡ ਪੌਲ ਖੁਦ ਕਰੋਨਾ ਵਾਇਰਸ ਤੋਂ ਪੀੜਿਤ ਜਿਹੜੇ ਹੋਏ ਸੀ ਅੱਜ ਤੋਂ ਕੁਛ ਮਹੀਨੇ ਜਿਹੜਾ ਉਹ ਪਹਿਲਾਂ, ਅਤੇ ਇਹ ਪਹਿਲੇ ਜਿਹੜੇ ਸੈਨੇਟ ਦੇ ਮੈਂਬਰ ਸੀਗੇ ਜਿਹੜੇ ਟੈਸਟ ਆਇਆ ਸੀ ਇਹਨਾਂ ਦਾ ਪੋਜ਼ੀਟਿਵ ਆਇਆ ਸੀ, ਪਰ ਹੁਣ ਜਿਹੜੇ ਉਹ ਠੀਕ ਹੈਗੇ ਨੇ। ਕਹਿੰਦੇ ਵੀ ਇਹ ਵੀ ਹੋ ਸਕਦਾ ਵੀ ਕਈ ਵਾਰੀ ਜਿਹੜੇ ਐਕਸਪਰਟਸ ਆ ਉਹ ਆਪਾਂ ਨੂੰ ਕੁਛ ਅਜਿਹਾ ਦੱਸਣ ਜਿਸ ਕਰਕੇ ਸਾਰਿਆਂ ਦਾ ਜਿਹੜਾ ਨੁਕਸਾਨ ਹੋ ਸਕੇ। ਪਰ ਹੁਣ ਇਹ ਹੁਣ ਸਮਝਣ ਦੀ ਗੱਲ ਆ ਵੀ ਜੇ ਡਾਕਟਰ ਤੁਹਾਨੂੰ ਜਾਂ ਜਿੰਨੇ ਵੀ ਸਪੈਸ਼ਲਿਸਟ ਹੈਗੇ ਇਸ ਮਾਮਲੇ ਦੇ ਵਿੱਚ ਜੇ ਉਹ ਕਹਿ ਰਹੇ ਆ ਵੀ ਇਹ ਚੀਜ਼ਾਂ ਕਰਕੇ ਆਪਾਂ ਬਚ ਸਕਦੇ ਹਾਂ, ਤਾਂ ਜਿਹਦੇ ਨਾਲ ਕੋਈ ਇਹ ਨਹੀਂ ਆ ਵੀ ਲੋਕਾਂ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਕੋਈ ਅਸਰ ਪੈ ਰਿਹਾ,
ਸਿਰਫ ਬਹੁਤਾਤ ਦੇ ਵਿੱਚ ਲੋਕਾਂ ਨੂੰ ਇਹੀ ਆਖਿਆ ਜਾ ਰਿਹਾ ਵੀ ਤੁਸੀਂ ਮਾਸਕ ਵਗੈਰਾ ਜਿਹੜਾ ਉਹ ਪਾ ਕੇ ਰੱਖੋ, ਬਾਕੀ ਜਿਹੜੇ ਆ ਹੱਥ ਉੱਤ ਜਿਹੜੇ ਉਹ ਚੰਗੀ ਤਰ੍ਹਾਂ ਜਿਹੜੇ ਉਹ ਧੋਂਦੇ ਰਹੋ। ਜਿਹੜੀ ਚੀਜ਼ਾਂ ਆਪਾਂ ਸ਼ੁਰੂਆਤ 'ਚ ਕਰਦੇ ਸੀ ਉਸੇ ਤਰੀਕੇ ਦੇ ਨਾਲ ਹੀ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਜੀ। ਸੋ ਬਿਲਕੁਲ ਇਸੇ ਤਰ੍ਹਾਂ ਜਿਹੜੇ ਡਾਕਟਰ ਫੌਸੀ ਆ ਉਹਨਾਂ ਨੇ ਅੱਜ ਵਾਰਨਿੰਗ ਦਿੱਤੀ ਆ ਵੀ ਇਹ ਕੋਈ ਗਰੰਟੀ ਨਹੀਂ ਹੈਗੀ ਵੀ ਜਿਹੜਾ ਵੈਕਸੀਨ ਬਣ ਰਿਹਾ ਹੈਗਾ, ਜਿਹੜਾ ਟੀਕਾ ਬਣ ਰਿਹਾ ਵੀ ਉਹ ਸੇਫ ਹੋਊਗਾ ਜਾਂ ਉਹਦੇ ਨਾਲ ਇਹਦਾ ਸੁਧਾਰ ਹੋਊਗਾ। ਸੋ ਇਸ ਤਰ੍ਹਾਂ ਨਾਲ ਕਹਿੰਦੇ ਵੀ ਪੂਰੀ ਦੀ ਪੂਰੀ ਵਾਰਨਿੰਗ ਉਹ ਦੇ ਰਹੇ ਹੈਗੇ ਆ। ਸੋ ਆਪਣਾ ਸਮਾਂ ਇੱਕ ਬ੍ਰੇਕ ਦਾ ਹੋ ਗਿਆ ਅਤੇ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਮਿਲਦੇ ਹਾਂ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕੀ ਤੁਸੀਂ ਆਪਣੀ ਮਾਰਗੇਜ ਦੀ ਪੇਮੈਂਟ ਨੂੰ ਘਟਾਉਣਾ ਚਾਹੁੰਦੇ ਹੋ, ਕੈਸ਼ ਆਊਟ ਲੈਣਾ ਚਾਹੁੰਦੇ ਹੋ ਜਾਂ ਬਿਲਸ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਹ ਨਵੇਂ ਘਰਾਂ ਦੇ ਅਤੇ ਰੀਫਾਈਨੈਂਸ ਦੇ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਦਵਾ ਕੇ ਦਿੰਦੇ ਹਨ। ਵਿਜ਼ਿਟ zeroclosingloan.com, zeroclosingloan.com। ਇਹਨਾਂ ਦੇ ਕੋਲ 30, 25, 20, 15 ਸਾਲ ਕਨਵੈਨਸ਼ਨਲ ਜਾਂ FHA ਲੋਨ ਪ੍ਰੋਗਰਾਮਸ ਉਪਲਬਧ ਹਨ। 30 year fixed rate 2.99% with APR 3.032%, 15 year fixed 2.5% with APR 2.535%। ਬਹੁਤੇ ਲੋਨ ਬਹੁਤ ਤੇਜ਼ੀ ਦੇ ਨਾਲ ਕਲੋਜ਼ ਕਰਦੇ ਹਨ ਅਤੇ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਸ਼ਰਤਾਂ ਲਾਗੂ। ਕਾਲ ਅਮਰਦੀਪ ਸਿੰਘ 9167122735 916 712 2735। NMLS ਲਾਇਸੈਂਸ ਨੰਬਰ 280053, BRU ਲਾਇਸੈਂਸ ਨੰਬਰ 0135721217। ਅਮਰਦੀਪ ਸਿੰਘ ਲੋਨ ਬ੍ਰੋਕਰ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ। ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994, 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ। ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872, 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ।
ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਡ ਸਟਰੀਟ ਫਾਲਸਮ ਵਿੱਚ ਹੈ ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਧੰਨਵਾਦ ਜੀ ਆਇਆਂ ਨੂੰ ਜੀ। ਤੇ ਇਸ ਤੋਂ ਪਹਿਲਾਂ ਜਿਹੜੀਆਂ ਆਪਾਂ ਕੁਝ ਕਾਲਸ ਲੈਣੀਆਂ ਜਿਹੜੀਆਂ ਉਹ ਸ਼ੁਰੂ ਕਰੀਆਂ ਜਿਸ ਦੇ ਵਿੱਚ ਤੁਹਾਨੂੰ ਆਪਾਂ ਪੁੱਛਣਾ ਚਾਹੁੰਦੇ ਹਾਂ ਵੀ ਤੁਹਾਡਾ ਜਿਹੜੇ ਇਹ ਮਾਸਕ ਪਾਉਣ ਨੂੰ ਲੈ ਕੇ ਕੀ ਜਿਹੜੀ ਰਾਏ ਆ ਤੇ ਕੀ ਇਹ ਵੀ ਜਿਹੜਾ ਜ਼ਰੂਰ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਾਂ। ਕੀ ਤੁਹਾਨੂੰ ਲੱਗਦਾ ਵੀ ਮੁੜ ਦੁਬਾਰਾ ਸ਼ੈਲਟਰ ਇਨ ਪਲੇਸ ਵਗੈਰਾ ਤਾਂ ਨਹੀਂ ਜਿਹੜਾ ਉਹ ਲੱਗ ਜਾਊਗਾ ਤੇ ਤੁਸੀਂ ਖੁਦ ਆਪ ਕੀ ਸਾਵਧਾਨੀਆਂ ਜਿਹੜੀਆਂ ਉਹ ਵਰਤਣ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ ਵੀ ਆਪਾਂ ਇਸ ਜਿਹੜੀ ਇਸ ਟਾਈਮ ਮਹਾਂਮਾਰੀ ਚੱਲ ਰਹੀ ਹੈਗੀ ਆ ਪੈਂਡੈਮਿਕ ਚੱਲ ਰਹੀ ਆ ਵੀ ਇਸ ਦੇ ਵਿੱਚੋਂ ਆਪਾਂ ਉੱਭਰ ਸਕੀਏ, ਇਸ ਦੇ ਵਿੱਚੋਂ ਜਿਹੜਾ ਉਹ ਆਪਣਾ ਬਚਾਅ ਆਪਣੇ ਪਰਿਵਾਰ ਦਾ ਬਚਾਅ ਜਿਹੜਾ ਉਹ ਕਰ ਸਕੀਏ। ਬਿਲਕੁਲ ਸਾਡਾ ਮੇਨ ਟੌਪਿਕ ਰਹੂਗਾ ਖਾਸ ਕਰਕੇ ਧਾਰਮਿਕ ਸੰਸਥਾਵਾਂ ਦੇ, ਕਿਉਂਕਿ ਆਪਾਂ ਗੁਰੂ ਘਰਾਂ ਨੂੰ ਜਾਂਦੇ ਹੈਗੇ ਆ। ਬਾਕੀ ਪ੍ਰਾਈਵੇਟ ਤਾਂ ਤੁਹਾਨੂੰ ਪਤਾ ਅੱਜ ਕੱਲ੍ਹ ਕੋਈ ਬਿਜ਼ਨਸ ਵਾਲੇ ਜਿਹੜੇ ਆ ਉਹ ਅਲਾਉ ਨਹੀਂ ਕਰਨ ਦਿੰਦੇ ਤੁਹਾਨੂੰ ਕੋਈ ਮਾਸਕ ਤੋਂ ਬਿਨਾਂ ਆਓ। ਹੁਣ ਈਵਨ ਹੋਮ ਡੀਪੂ ਕਿਤੇ ਵੀ ਜਾਂਦੇ ਆ ਉਹ ਕਹਿੰਦੇ ਮਾਸਕ ਪਾਇਆ ਤਦੇ ਹੀ ਐਂਟਰ ਹੋ ਸਕਦੇ ਆ, ਨਹੀਂ ਤਾਂ ਉਹ ਫ੍ਰੀ ਵੀ ਪ੍ਰੋਵਾਈਡ ਕਰਦੇ ਆ। ਪਰ ਆਪਾਂ ਜਦੋਂ ਆਪਣੀ ਜਗ੍ਹਾ 'ਤੇ ਜਾਂਦੇ ਆ ਕਈ ਵਾਰੀ ਰਿਲੈਕਸ ਹੋ ਜਾਂਦੇ ਆ। ਸੋ ਸਿਚੁਏਸ਼ਨ ਇੰਨੀ ਬੈਡ ਆ ਰਾਜਕਨਵੀਰ ਸਿੰਘ ਜੀ USA ਦੇ ਵਿੱਚ ਹਜੇ ਵੀ ਲੋਕ ਸੀਰੀਅਸ ਨਹੀਂ ਲੈ ਰਹੇ। ਕਹਿੰਦੇ ਵੀ 1 ਮਿਲੀਅਨ ਦੇ ਪਿੱਛੇ 790 ਦੇ ਕਰੀਬ ਲੋਕ ਜਿਹੜੇ ਆ ਕਰੋਨਾ ਵਾਇਰਸ ਨਾਲ ਪੀੜਤ ਹੋ ਰਹੇ ਆ ਪਿਛਲੇ 7 ਦਿਨਾਂ ਤੋਂ ਲਗਾਤਾਰ USA ਦੇ ਵਿੱਚ। ਜੇ ਬਾਕੀ ਮੁਲਕਾਂ ਦੀ ਗੱਲ ਕਰਦੇ ਜਾਈਏ ਯੂਰਪ ਦੇ ਵਿੱਚ ਜਿਹੜੇ ਸਿਰਫ ਕਹਿੰਦੇ ਪਈ ਉਹ 50 ਦੇ ਕਰੀਬ ਹੋ ਰਿਹਾ ਆ, ਕੈਨੇਡਾ ਦੇ ਵਿੱਚ 40 ਦੇ ਕਰੀਬ ਆ 1 ਮਿਲੀਅਨ ਦੇ ਪਿੱਛੇ, ਤੇ ਜਾਪਾਨ ਦੇ ਵਿੱਚ 1 ਜਾਂ 2 ਬੰਦਾ ਹੀ ਜਿਹੜਾ ਕਰੋਨਾ ਵਾਇਰਸ ਦਾ ਪੀੜਤ ਹੋ ਰਿਹਾ 1 ਮਿਲੀਅਨ ਦੇ ਪਿੱਛੇ। ਸੋ ਇੰਨਾ ਜ਼ਿਆਦਾ ਜਿਹੜਾ ਡਿਫਰੈਂਸ ਹੈਗਾ ਆ। ਸੋ ਆਪਣੇ ਗੁਰੂ ਘਰਾਂ ਨੂੰ ਲੈ ਕੇ ਸਾਰਿਆਂ ਨੂੰ ਪਤਾ ਹੀ ਹੋਣਾ ਸਰੋਤਿਆਂ ਨੂੰ, ਸਾਡੇ ਲੋਕਲ ਗੁਰੂ ਘਰ ਜਿਹੜਾ ਸੈਨੋਜ਼ੇ ਗੁਰਦੁਆਰਾ ਸਾਹਿਬ ਆ ਉੱਥੇ ਕੁਛ ਜਿਹੜੇ ਸੇਵਾਦਾਰ ਆ ਉਹਨਾਂ ਦੇ ਵਿੱਚ ਕਰੋਨਾ ਪੋਜ਼ੀਟਿਵ ਪਾਈ ਗਈ ਸੀ। ਉਹ ਤੋਂ ਬਾਅਦ ਫਿਰ ਗੁਰੂ ਘਰ ਨੂੰ ਕੁਆਰੰਟੀਨ ਵੀ ਉਹ ਨਹੀਂ ਕੀਤਾ, ਗੁਰੂ ਘਰ ਨੂੰ ਬੰਦ ਕੀਤਾ ਗਿਆ। ਆਮ ਸੰਗਤਾਂ ਦੇ ਲਈ ਪ੍ਰੋਗਰਾਮ ਰੈਗੂਲਰ ਉੱਥੇ ਜ਼ਰੂਰ ਚੱਲਦੇ ਆ ਜਿਹੜੇ ਕੀਰਤਨ ਜਾਂ ਨਿਤਨੇਮ ਜਿੰਨੇ ਵੀ ਹੁੰਦੇ ਹੈਗੇ ਆ। ਅਤੇ ਪਰ ਸਾਨੂੰ ਬਹੁਤ ਕਾਲਾਂ ਆਈਆਂ ਵੀ ਹੋਰ ਗੁਰੂ ਘਰਾਂ ਦੇ ਵਿੱਚ ਵੀ ਜਦ ਜਾਂਦੇ ਆ ਲੋਕਾਂ ਨੇ ਕਿਸੇ ਨੇ ਮਾਸਕ ਨਹੀਂ ਪਾਇਆ ਹੁੰਦਾ, ਉੱਦਾਂ ਹੀ ਜਾਈ ਜਾਂਦੇ ਆ, ਕੋਈ ਕਿਸੇ ਤਰ੍ਹਾਂ ਦਾ ਸੈਨੀਟਾਈਜੇਸ਼ਨ ਨਹੀਂ। ਸੋ ਇੱਕ ਜਿਹੜਾ ਡਾਕਟਰ ਆ ਬੜਾ ਮਸ਼ਹੂਰ US ਦਾ, ਉਸ ਨੇ ਅਤੁਲ ਗਵੰਡੇ ਕਰਕੇ ਨਾਮ ਉਸ ਦਾ ਦੱਸਿਆ, ਨੋਟਡ ਸਰਜਨ ਆ ਕਹਿੰਦੇ, ਅਤੇ ਔਥਰ ਵੀ ਆ, ਬੁੱਕਾਂ ਵੀ ਉਸ ਨੇ ਬਹੁਤ ਲਿਖੀਆਂ ਜੀ। ਉਹ ਕਹਿੰਦਾ ਵੀ 4 ਚੀਜ਼ਾਂ ਜਿਹੜੀਆਂ ਆ ਕਿਸੇ ਵੀ ਧਾਰਮਿਕ ਜਿਹੜੀ ਜਗ੍ਹਾ ਆ ਉੱਥੇ ਸਾਨੂੰ ਬਹੁਤ ਧਿਆਨ ਰੱਖਣਾ ਪੈਣਾ ਉਹਨਾਂ ਦੇ ਲਈ। ਪਹਿਲੀ ਗੱਲ ਤਾਂ ਇਹ ਆ ਵੀ ਇੱਕ ਹਾਈਜੀਨ ਪੇ ਤੁਹਾਡੇ ਮਤਲਬ ਜਦੋਂ ਵੀ ਤੁਸੀਂ ਗੁਰੂ ਘਰ ਜਾਂ ਕਿਸੇ ਵੀ ਧਾਰਮਿਕ ਜਗ੍ਹਾ 'ਤੇ ਜਾਂਦੇ ਆ ਤੁਹਾਡੇ ਕੋਲ ਉੱਥੇ ਹੱਥ ਧੋਣ ਨੂੰ ਜਿਹੜਾ ਪਾਣੀ ਜਾਂ ਸੋਪ ਜਾਂ ਹੋਰ ਸਾਰਾ ਕੁਛ ਇੱਦਾਂ ਦਾ ਹਾਈਜੀਨ ਵਾਲਾ ਪ੍ਰੋਡਕਟਸ ਹੈਗੇ ਆ ਜਾਂ ਨਹੀਂ। ਡਿਸਟੈਂਸ ਜਿਹੜਾ ਰੱਖਣਾ ਉਹ ਬਹੁਤ ਜ਼ਰੂਰੀ ਆ ਵੀ 6-6 ਫੁੱਟ ਤੋਂ। ਅਸੀਂ ਕਈ ਗੁਰੂ ਘਰ ਦੇਖੇ, ਖਾਸ ਕਰਕੇ ਮੈਂ ਮੈਂਸ਼ਨ ਕਰਨਾ ਚਾਹੁੰਦਾ ਰਿਵਰਸਾਈਡ ਗੁਰੂ ਘਰ ਦੀ ਜਿਹੜੀ YouTube ਜਾਂ Facebook ਮੈਂ ਦੇਖ ਰਿਹਾ ਸੀ, ਉਹਨੇ 6-6 ਫੁੱਟ 'ਤੇ ਨਿਸ਼ਾਨ ਲਾਏ ਸੀ, ਦੂਰ ਬੈਠੇ ਸੀ। ਇਸੇ ਤਰ੍ਹਾਂ ਕੈਨੇਡਾ 'ਚ ਵੀ ਕਈ ਗੁਰੂ ਘਰਾਂ ਨੇ ਸਕਰੀਨਿੰਗ ਵੀ ਕਹਿੰਦੇ ਕਈ ਜਿਹੜੇ ਧਾਰਮਿਕ ਪਲੇਸਿਸ ਆ ਉੱਥੇ ਹੋਣੀ ਚਾਹੀਦੀ ਆ, ਕੋਈ ਨਾ ਕੋਈ ਉੱਥੇ ਜਾਂ ਟੈਂਪਰੇਚਰ ਚੈੱਕ ਕਰਨ ਵਾਲਾ ਜਾਂ ਇੱਦਾਂ ਦਾ ਹੋਣਾ ਚਾਹੀਦਾ। ਡਾਕਟਰ ਕਹਿ ਰਿਹਾ, ਆਪਾਂ ਨਹੀਂ ਕਹਿ ਰਹੇ ਹੈਗੇ। ਅਤੇ ਮਾਸਕ ਕਹਿੰਦੇ ਮਸਟ ਆ, ਜਿਹੜਾ ਮਾਸਕ ਆ ਹਰ ਇੱਕ ਨੂੰ ਉੱਥੇ ਪਾਉਣਾ ਚਾਹੀਦਾ। ਅਤੇ ਇੱਕ ਜ਼ਰੂਰ ਬੇਨਤੀ ਆ ਵੀ ਜੇ ਤੁਹਾਨੂੰ ਲੱਗਦਾ ਵੀ ਮੈਂ ਮਾੜਾ ਮੋਟਾ ਬਿਮਾਰ ਹਾਂ, ਤੁਹਾਨੂੰ ਵੈਸੇ ਨਹੀਂ ਜਾਣਾ ਚਾਹੀਦਾ ਕਿਸੇ ਵੀ ਧਾਰਮਿਕ ਜਗ੍ਹਾ 'ਤੇ, ਤੁਸੀਂ ਕਿਸੇ ਹੋਰ ਨੂੰ ਬਿਮਾਰ ਕਰ ਸਕਦੇ ਹੈਗੇ ਆ ਜੀ। ਹਾਲ ਦੀ ਘੜੀ ਥੋੜ੍ਹਾ ਜਿਹਾ ਇਹਤਿਆਤ ਰੱਖਣ ਦੀ ਜਿਹੜੀ ਆਪਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦੇ ਵਿੱਚ ਜ਼ਰੂਰਤ ਹੈਗੀ ਆ। ਇੱਕ ਹੋਰ ਚੀਜ਼ ਵੀ ਹੁੰਦੀ ਆ, ਜਿਹੜੇ ਗੁਰੂ ਘਰਾਂ ਦੇ ਵਿੱਚ ਰੁਮਾਲ ਹੁੰਦੇ ਆ ਕਈ ਵਾਰੀ ਜਿਹੜੇ ਤੁਸੀਂ ਉੱਥੇ ਯੂਜ਼ ਕਰਦੇ ਆ, ਯੂਜ਼ ਕਰਕੇ ਮੇਕ ਸ਼ੋਰ ਕਰੋ ਵੀ ਉਹਨੂੰ ਧੋਣ ਵਾਲੇ ਪਾਸੇ ਰੱਖਿਆ ਜਾਵੇ, ਉਸ ਨੂੰ ਮੁੜ ਵਰਤਣ ਵਾਲੇ ਪਾਸੇ ਜਿਹੜਾ ਉਹ ਕਿਰਪਾ ਕਰਕੇ ਨਾ ਰੱਖਿਓ ਵੀ ਆਪਾਂ ਨੂੰ ਪਤਾ ਨਹੀਂ ਹੈ ਕਿੰਨੇ ਜਿਹੜਾ ਉਹ ਯੂਜ਼ ਕੀਤਾ ਹੈ ਜਾਂ ਕਿੰਨੇ ਨਹੀਂ। ਸੋ ਟਰਾਈ ਕਰੋ ਵੀ ਜੇ ਤੁਸੀਂ ਜਾਣਾ ਆ ਇੱਦਾਂ ਵੀ ਉੱਥੇ ਤੁਸੀਂ ਖੁਦ ਆਪਣਾ ਹੀ ਜਿਹੜਾ ਆ ਉਹ ਲੈ ਕੇ ਜਾਓ ਤਾਂ ਜੋ ਅਜਿਹੀ ਸਮੱਸਿਆ ਜਿਹੜੀ ਆ ਉਹ ਤੁਹਾਨੂੰ ਉੱਥੇ ਜਿਹੜੀ ਉਹ ਨਾ ਝੱਲਣੀ ਪਵੇ। ਆਪਣੇ ਨਾਲ ਕਾਲਰ ਜੁੜੇ ਨੇ ਸ਼ਮਸ਼ੇਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ
ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਵੀਰ ਜੀ ਮਾਫੀ ਚਾਹੁੰਦਾ ਮੈਂ ਵੀ ਆਪਾਂ ਵੀ ਗੁਰੂ ਘਰਾਂ ਨੇ ਚ ਆਪਣਾ ਨਿਸ਼ਾਨ ਜ਼ਰੂਰ ਲਾਏ ਨੇ 6-6 ਫੁੱਟ ਤੇ ਵੀਰ ਜੀ। ਉੱਥੇ ਮੈਂ ਦੇਖਿਆ ਜੀ ਚੰਗੇ ਪੜ੍ਹੇ ਲਿਖੇ ਬੰਦੇ ਵੀ ਉੱਥੇ ਕਈ ਇਹੋ ਜਿਹੇ ਹੈਗੇ ਜਿਹੜੇ ਮਾਸਕ ਲਾ ਕੇ ਨਹੀਂ ਹੁੰਦੇ, ਜਿਹੜੇ ਅੰਦਰ ਸੇਵਾਦਾਰ ਹੈਗੇ ਜੀ, ਉਹ ਮਤਲਬ ਜਿੱਥੇ ਭਾਈ ਕੀਰਤਨ ਕਰਦੇ ਨੇ ਉਸ ਸਟੇਜ ਤੇ ਬੈਠ ਕੇ ਮਤਲਬ ਨਾ ਤਾਂ ਉਹਨਾਂ ਨੇ ਮਾਸਕ ਲਾਇਆ ਹੋਇਆ ਵੀਰ ਜੀ, ਪਰ ਨਾ ਲਈਏ ਗੁਰੂ ਘਰ ਦਾ, ਹੈ ਨਾ ਵੀਰ ਜੀ। ਜੀ ਬਿਲਕੁਲ। ਤੇ ਉਹ ਉੱਥੇ ਹੀ ਖਾਂਸੀ ਕਰੀ ਜਾਂਦੇ ਜੀ, ਉਹ ਦੂਸਰੇ ਨੂੰ ਕੀ ਕਹਿਣਗੇ ਵੀਰ ਜੀ। ਜੀ ਮਤਲਬ ਹੈ ਨਾ, ਦੂਸਰੇ ਨੂੰ ਕੀ ਮਤਲਬ ਸਿੱਖਿਆ ਦੇਣਗੇ, ਉਹਦੇ ਨਹੀਂ ਮਤਲਬ ਵੀਰ ਜੀ ਉਹ ਮਾਸਕ ਲਾਉਂਦੇ। ਜੀ ਆਈ ਥਿੰਕ ਇੱਥੇ ਆਪਾਂ ਨੂੰ ਇੱਕ ਚੀਜ਼ ਜਿਹੜੀ ਨਾਲ ਦੇ ਨਾਲ ਇਹ ਵੀ ਇੱਕ ਚੀਜ਼ ਸਮਝਣ ਦੀ ਜ਼ਰੂਰਤ ਹੈਗੀ ਆ। ਜਿਹੜੇ ਦੇਖੋ ਰਾਗੀ ਕੀਰਤਨੀ ਹੈ ਉਹ ਆਪਸ ਦੇ ਵਿੱਚ ਉੱਥੇ ਖੁਦ ਜਿਹੜੇ ਉਹ ਰਹਿੰਦੇ ਆ, ਨੋ ਡਾਊਟ ਜਦੋਂ ਤੁਸੀਂ ਬਾਹਰ ਪਬਲਿਕ ਪਲੇਸ ਦੇ ਉੱਤੇ ਉਹ ਮਾਸਕ ਜਿਹੜੇ ਉਹ ਲਾਉਣੇ ਆ, ਪਰ ਸਟੇਜ ਦੇ ਕੋਲੋਂ ਤੇ ਜਿਹੜੀ ਸੰਗਤ ਦੇ ਵਿੱਚ ਉੱਥੇ ਫਾਸਲਾ ਥੋੜ੍ਹਾ ਜ਼ਿਆਦਾ ਹੁੰਦਾ ਆ, ਕਈ ਵਾਰੀ 10 ਫੁੱਟ ਦਾ ਹੁੰਦਾ ਆ, 7-8 ਫੁੱਟ ਦਾ ਹੁੰਦਾ ਆ। ਅਤੇ ਜੇ ਲਾ ਕੇ ਕਰ ਸਕਦੇ ਨੇ ਕੀਰਤਨ ਤਾਂ ਵਧੀਆ ਆ। ਮੈਂ ਇੱਕ ਗੁਰੂ ਘਰ ਦੀ ਦੇਖ ਰਿਹਾ ਸੀ, ਉਹਨਾਂ ਨੇ ਜਿਹੜੇ ਕੀਰਤਨੀਏ ਤਿੰਨੇ ਜਿਹੜੇ ਬੈਠਦੇ ਨੇ ਤਬਲਾ ਵਾਦਕ ਵੀ, ਉਹਨਾਂ ਦੇ ਵਿਚਾਲੇ ਜਿਹੜੀਆਂ ਆ ਪਲੈਕਸੀ ਗਲਾਸ ਲਾਈਆਂ ਹੋਈਆਂ ਸੀ, ਜਿੱਦਾਂ ਸਟੋਰਾਂ ਵਾਲਿਆਂ ਨੇ ਲਾਈਆਂ ਹੋਈਆਂ ਸੀ। ਸਾਰਿਆਂ ਨੂੰ ਉਹਨਾਂ ਨੇ ਅਲੱਗ-ਅਲੱਗ ਕੀਤਾ ਸੀ ਵੀ ਜੇ ਕੋਈ ਇੱਦਾਂ ਦੀ ਸਥਿਤੀ ਬਣਦੀ ਵੀ ਆ ਤਾਂ ਉਹ ਉੱਥੇ ਜਿਹੜਾ ਉਹ ਸੇਫ ਰਹਿਣ। ਆਈ ਥਿੰਕ ਉਹ ਬੈਟਰ ਆ। ਜੇ ਮਾਸਕ ਪਾ ਕੇ ਨਹੀਂ ਕੀਰਤਨ ਕੀਤਾ ਜਾ ਰਿਹਾ ਤਾਂ ਉਹਨਾਂ ਨੂੰ ਫਿਰ ਇੱਦਾਂ ਗਲਾਸ ਵਗੈਰਾ ਜਿਹੜੇ ਉਹ ਲਾ ਲੈਣੇ ਚਾਹੀਦੇ ਆ। ਬਿਲਕੁਲ। ਇੱਕ ਜ਼ਰੂਰ ਆ ਜਿਹੜਾ ਪ੍ਰਸ਼ਾਦ ਜਿਹੜਾ ਵੀ ਕੋਈ ਸਿੰਘ ਦਿੰਦਾ ਹੈਗਾ ਉਹ ਜ਼ਰੂਰ ਮਾਸਕ ਹੋਣਾ ਚਾਹੀਦਾ, ਉਹਦਾ ਉਹ ਮਾਸਕ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ। ਅਤੇ ਲੰਗਰ ਤੋਂ ਮੇਰੇ ਹਿਸਾਬ ਨਾਲ ਹਜੇ ਤੱਕ ਜਿਹੜਾ ਬਚਾਅ ਹੀ ਰੱਖਣਾ ਚਾਹੀਦਾ ਗੁਰੂ ਘਰਾਂ ਦੇ ਵਿੱਚ, ਕਿਉਂਕਿ ਆਪਾਂ ਕਾਲੇ ਬਹੁਤ ਪੈ ਜਾਂਦੇ ਹੈਗੇ ਆ। ਇਹਨੂੰ ਕੋਈ ਨੈਗੇਟਿਵ ਨਾ ਲਵੇ, ਪਰ ਕਿਉਂਕਿ ਪ੍ਰੋਬਲਮ ਪਤਾ ਕੀ ਹੋਣੀ ਆ, ਜਦੋਂ ਇੱਕ ਖਬਰ ਆਉਣੀ ਆ ਨਾ ਵੀ ਇਸ ਧਾਰਮਿਕ ਸੰਸਥਾਨ ਦੇ ਵਿੱਚ ਸੰਸਥਾ ਦੇ ਵਿੱਚ ਜਿਹੜੇ ਆ ਕਰੋਨਾ ਵਾਇਰਸ ਦੇ ਪੇਸ਼ੈਂਟ ਇੱਥੋਂ ਹੋਏ ਆ, ਅਤੇ ਉਹਦੇ ਨਾਲ ਬੈਡ ਪਬਲਿਸਿਟੀ ਬਹੁਤ ਜ਼ਿਆਦਾ ਹੋਣੀ ਆ। ਸੋ ਇਸ ਕਰਕੇ ਸਾਨੂੰ ਬਹੁਤ ਹੀ ਜ਼ਿਆਦਾ ਜਿਹੜਾ ਕੇਅਰਫੁਲ ਰਹਿਣ ਦੀ ਜ਼ਰੂਰਤ ਆ। ਆਪਾਂ ਪਿੱਛੇ, ਮੈਂ ਇਕੱਲਾ ਗੁਰੂ ਘਰ ਨਹੀਂ ਕਹਿ ਰਿਹਾ, ਪਿੱਛੇ ਸੈਕਰਾਮੈਂਟੋ 'ਚ ਇੱਕ ਚਰਚ ਦੀ ਵੀ ਖਬਰ ਆਈ ਸੀ ਵੀ ਇੱਕ ਚਰਚ ਤੋਂ ਹੀ 70 ਤੋਂ ਵੱਧ ਲੋਕ ਜਿਹੜੇ ਉਹ ਪੇਸ਼ੈਂਟ ਹੋਏ ਆ। ਸਾਊਥ ਕੋਰੀਆ ਦੇ ਵਿੱਚ ਪੂਰੇ ਦਾ ਪੂਰਾ ਕਰੋਨਾ ਵਾਇਰਸ ਇੱਕ ਚਰਚ ਤੋਂ ਹੀ ਪੈਦਾ ਹੋਇਆ ਸੀ ਜੀ, ਉੱਥੋਂ ਫੈਲਿਆ ਸੀਗਾ ਜੀ। ਬਿਲਕੁਲ। ਸੋ ਆਪਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ। ਸਰਦੂਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਦੋਨਾਂ ਵੀਰਾਂ ਵਾਹਿ ਖਾਲਸਾ ਵੀ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਜ਼ਰੂਰ ਸਾਵਧਾਨੀ ਰੱਖਣੀ ਬਹੁਤ ਜ਼ਰੂਰੀ ਆ। ਜਦੋਂ ਸਾਡੇ ਵੀ ਗੁਰਦੁਆਰਾ ਮਰੈਸਟੋ ਸੀਰੀਅਸ ਆ, ਉੱਥੇ ਵੀ ਜਿੱਦਾਂ ਕਿ ਟੈਂਪਰੇਚਰ ਵੀ ਚੈੱਕ ਕਰਦੇ ਆ, ਤਾਂ ਜੇ ਕੋਈ ਲਾਗੇ ਵੀ ਬੰਦਾ ਉਹਨੂੰ ਆ ਕੇ ਕਹਿ ਦਿੰਦੇ ਕਿ ਭਾਈ 6 ਫੁੱਟ ਦੇ ਫਾਸਲੇ 'ਤੇ ਬਹਿ, ਤਾਂ ਫਿਰ ਵੀ ਜਿੱਦਾਂ ਬਹੁਤੀ ਸੰਗਤ ਨਹੀਂ ਜਿੰਨੇ ਵੀ ਆਉਂਦੀ ਆ ਤਾਂ ਜ਼ਰੂਰ ਉਹਨਾਂ ਨੂੰ ਮਾਸਕ ਵੀ ਦਿੰਦੇ ਆ ਅਤੇ ਉਹਨਾਂ ਦਾ ਟੈਂਪਰੇਚਰ ਵੀ ਚੈੱਕ ਕਰਦੇ ਆ। ਜੀ ਧੰਨਵਾਦ ਜੀ, ਬਹੁਤ ਬਹੁਤ। ਸੋ ਇਸ ਕਰਕੇ ਕਿਸੇ ਨੂੰ ਗੁੱਸਾ ਵੀ ਨਹੀਂ ਕਰਨਾ ਚਾਹੀਦਾ ਜੇ ਕੋਈ ਬੇਨਤੀ ਕਰਦਾ ਆ, ਕਿਉਂਕਿ ਆਪਣਾ ਵੀ ਬਚਾਅ ਆ ਅਤੇ ਹੋਰਾਂ ਦਾ ਵੀ ਬਚਾਅ ਹੈਗਾ ਆ। ਬਿਲਕੁਲ। ਸੋ ਇਹ ਬਿਲਕੁਲ ਬਹੁਤ ਵਧੀਆ ਸਰਦੂਲ ਸਿੰਘ ਉਹਨਾਂ ਨੇ ਜਿਹੜਾ ਸੁਝਾਅ ਦਿੱਤਾ ਵੀ ਉੱਥੇ ਮਾਸਕ ਰੱਖੇ ਵੀ ਹੋਏ ਹੈਗੇ ਆ। ਸੋ ਸੇਵਾਦਾਰ ਬੀਬੀਆਂ ਵੀ ਬਹੁਤ ਆ ਜਿਹੜੀਆਂ ਸੇਵਾ ਕਰ ਰਹੀਆਂ, ਅਤੇ ਨਾਲ ਜਿਹੜਾ ਹੈਗਾ ਆ ਭਈ ਡਿਸਟੈਂਸ ਵੀ ਰੱਖਿਆ ਗਿਆ ਹੈ। ਸੋ ਇਹ ਚੰਗੀ ਗੱਲ ਹੈਗੀ ਜੀ। ਅਗਲੇ ਕਾਲਰ ਨੇ ਗੁਰਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਤੁਹਾਡੇ ਨਾਲ ਸੰਤ ਹਰਨਾਮ ਸਿੰਘ ਖੇੜੇ ਵਾਲੇ ਸੀ ਨਾ ਆਪਣੇ, ਰਾਮਪੁਰ ਖੇੜੇ ਵਾਲੇ ਸੀਗੇ, ਸਾਲ ਤੋਂ ਪਹਿਲਾਂ ਦੀ ਗੱਲ ਹੈ। ਉਹ ਚੜਾਈ ਤਾਂ ਬਹੁਤ ਪਹਿਲਾਂ ਦੇ ਕਰਕੇ ਗਏ ਆ। ਉਹਨਾਂ ਨੇ ਕਿਹਾ ਸੀ ਵੀ ਸਿੱਖ ਨੇ ਜਦ ਬਾਣੀ ਪੜ੍ਹਨੀ ਹੈ ਹਜੂਰੀਆ ਮੂੰਹ ਢੱਕ ਕੇ ਕਰਨੀ ਹੈ ਜੀ, ਤੇ ਉਹਨਾਂ ਨੇ ਕਿਹਾ ਜੀ ਵੀ ਜ਼ਮੀਨ ਤੇ ਵੀ ਆਪਾਂ ਕਰਨੇ ਆ ਵੀ ਆਪਾਂ ਮੂੰਹ ਢੱਕ ਕੇ ਕਰੋ, ਕਿਉਂਕਿ ਜੇ ਥੁੱਕ ਢਿੱਕਦਾ ਬਾਣੀ ਪੜ੍ਹਦੇ ਆ ਉਹਦੇ ਨਾਲ ਵਾਤਾਵਰਨ ਖਰਾਬ ਹੁੰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਉਹ ਬਿਲਕੁਲ ਸਹੀ ਆ। ਸੋ ਆਪਾਂ ਜਿਹੜਾ ਸੰਗਤ ਤੇ ਅੱਜ ਜਿਹੜੇ ਆਮ ਲੋਕ ਆ ਉਹਨਾਂ 'ਤੇ ਕਰ ਰਹੇ ਆ, ਜਿਹੜੇ ਗੁਰੂ ਘਰਾਂ ਦੇ ਜਿਹੜੇ ਸੇਵਾਦਾਰ ਆ, ਇੰਪਲਾਈ ਹੈਗੇ, ਉਹਨਾਂ ਨੂੰ ਤਾਂ ਜਿਹੜੀਆਂ ਇੰਸਟਰਕਸ਼ਨਸ ਆ ਕਮੇਟੀ ਨੇ ਦਿੱਤੀਆਂ ਹੋਈਆਂ ਜੀ। ਬਿਲਕੁਲ। ਮੈਂ ਦੇਖ ਰਿਹਾ ਸੀ ਯੂਕੇ ਦੇ ਵਿੱਚ ਉਹਨਾਂ ਨੂੰ ਫਾਈਨਲੀ ਉੱਥੇ ਗੁਰੂ ਘਰਾਂ ਨੂੰ ਜਿਹੜਾ ਲੰਗਰ ਵਗੈਰਾ ਪ੍ਰਸ਼ਾਦ ਜਿਹੜਾ ਵੰਡਣ ਦੀ ਮੁੜ ਦੁਬਾਰਾ ਇਜਾਜ਼ਤ ਜਿਹੜੀ ਉਹ ਮਿਲੀ ਆ। ਅਤੇ ਜੇ ਗੁਰੂ ਘਰਾਂ ਦੇ ਵਿੱਚ ਲੰਗਰ ਦਾ ਵੀ ਕਰਨਾ ਹੀ ਆ ਤਾਂ ਫਿਰ 2 ਗੋ ਬਾਕਸਿਸ ਦੇ ਵਿੱਚ ਹੋਣਾ ਚਾਹੀਦਾ ਆ। ਉੱਥੇ ਹਾਲ ਦੀ ਘੜੀ ਜਿਹੜੀ ਆ ਉਹ ਇੱਦਾਂ ਜਿਹੜੀ ਉਹ ਪਰਹੇਜ਼ ਜਿਹੜਾ ਰੱਖਣ ਦੇ ਵਿੱਚ ਹੀ ਜਿਹੜੀ ਉਹ ਭਲਾਈ ਹੈਗੀ ਆ ਵੀ 2 ਗੋ ਬਾਕਸਿਸ ਤੁਸੀਂ ਉੱਥੇ ਤਿਆਰ ਕਰ ਰੱਖੋ ਵੀ ਜਿਸ ਨੇ ਲੈ ਕੇ ਜਾਣਾ ਹੈ ਉਹ ਆਵੇ ਲੈ ਜੇ, ਅਤੇ ਬਾਅਦ ਦੇ ਵਿੱਚ ਆਪਣਾ ਇਤਮਾਨਾਨ ਦੇ ਨਾਲ ਘਰੇ ਜਾ ਕੇ ਜਿਹੜਾ ਉਹ ਆਪਣਾ ਪ੍ਰਸ਼ਾਦਾ ਜਿਹੜਾ ਆ ਉਹ ਛਕ ਸਕਦੇ ਨੇ। ਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਦੋਨੋਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਮੈਂ ਰੋਜ਼ਵਿਲ ਸ਼ਹਿਰ ਤੇ ਜੀ। ਹੈਲੋ ਜੀ।
ਹਾਂਜੀ ਵੀਰ ਜੀ, ਯੂ ਹੀਅਰ ਮੀ? ਹਾਂਜੀ ਹਾਂਜੀ ਹੁਣ ਕਲੀਅਰ। ਹਾਂਜੀ ਹਾਂਜੀ। ਹਾਂਜੀ ਵੀਰ ਜੀ, ਦੋਨੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਵੀਰ ਜੀ, ਮੈਂ ਰੋਜ਼ਵਿਲ ਸ਼ਹਿਰ 'ਚ ਰਹਿੰਦਾ ਹਾਂ, ਸੈਕਰਾਮੈਂਟੋ ਦੇ ਨੇੜੇ। ਜੀ ਤੇ ਸਾਡੇ ਸ਼ਹਿਰ ਦਾ ਜਿਹੜਾ ਗੁਰਦੁਆਰਾ ਸਾਹਿਬ ਆ, ਉੱਥੇ ਭਾਜੀ ਬਹੁਤ ਵਧੀਆ ਪ੍ਰਬੰਧ ਆ। ਸੋ ਫਾਰ ਸੋ ਗੁੱਡ ਵੀ। ਸੇਵਾਦਾਰਾਂ ਨੇ ਵੀਰ ਜੀ ਗਲਵਜ਼ ਵੀ ਪਾਏ ਹੁੰਦੇ ਆ, ਮਾਸਕ ਵੀ ਲਾਇਆ ਹੁੰਦਾ ਹੈ। ਇਹ ਬਹੁਤ ਚੰਗੀ ਗੱਲ ਹੈ। ਤੇ ਜੇ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਵੀ ਆ, ਝਿਜਕਣਾ ਨਹੀਂ ਚਾਹੀਦਾ। ਮਾਸਕ ਲਾ, ਵੈਸੇ ਤੇ ਜਿੰਨੀ ਵੀ ਸੰਗਤ ਅੰਦਰ ਬੈਠੀ ਹੁੰਦੀ ਹੈ ਸਾਰੇ ਸੋਸ਼ਲ ਡਿਸਟੈਂਸ ਨੂੰ ਫੋਲੋ ਕਰਦੇ ਆ, ਤੇ ਭਾਜੀ ਸਾਰਿਆਂ ਨੇ ਮਾਸਕ ਵੀ ਲਾਏ ਹੁੰਦੇ ਆ। ਜੀ ਜੀ। ਤੇ ਜਿਹੜੀ ਗੱਲ ਰਹੀ ਭਾਜੀ ਕੀਰਤਨ ਦੀ, ਹਨਾ, ਕੀਰਤਨ ਦੇ ਵਿੱਚ ਰਾਜਵੀਰ ਜੀ ਕੀ ਹੁੰਦਾ ਹੈ ਕਿ ਜਦੋਂ ਕੀਰਤਨ ਕੋਈ ਕਰਦਾ ਹੈ ਨਾ, ਉਹ ਮਾਸਕ ਲਾ ਕੇ ਕੀਰਤਨ ਨਹੀਂ ਕਰ ਸਕਦਾ। ਜੀ ਬਾਣੀ ਤੇ ਪੜ੍ਹ ਸਕਦੇ ਆ ਆਪਾਂ, ਜੀ ਜੀ ਪਰ ਸਪੈਸ਼ਲੀ ਕੀਰਤਨ ਨਹੀਂ ਆਪਾਂ ਕਰ ਸਕਦੇ, ਕਿਉਂਕਿ ਮੈਂ ਵੀ ਕੀਰਤਨ ਕਰਦਾ ਆ। ਜੀ ਤੇ ਜ਼ੋਰ ਕੀਰਤਨ ਲੱਗਦਾ ਦੇ ਨਾਲੇ ਵਿੱਚ ਕੀ ਫਿਰ ਹੁੰਦਾ ਭਾਜੀ, ਜਦੋਂ ਮਾਈਕ ਉੱਤੇ ਫਲੋ ਹੁੰਦਾ ਨਾ ਉਹਦਾ, ਜੀ ਉਹਦੀ ਜਿਹੜੀ ਪ੍ਰੋਨਾਂਸੀਏਸ਼ਨ ਹੈ ਉਹ ਕਲੀਅਰ ਨਹੀਂ ਹੁੰਦੀ ਫਿਰ ਵੀਰ ਜੀ ਜੀ ਬਾਣੀ ਦੀ। ਜੀ ਤੇ ਸੋ ਮੈਂ ਇਹੀ ਕਹੂੰਗਾ ਕਿ ਵੀਰ ਜੀ ਸਾਰਿਆਂ ਨੂੰ ਮਾਸਕ ਲਾਉਣਾ ਚਾਹੀਦਾ ਆ, ਤੇ ਸੈਨੀਟਾਈਜ਼ ਦਾ ਪੂਰਾ ਖਿਆਲ ਰੱਖਣਾ ਚਾਹੀਦਾ। ਝਿਜਕਣਾ ਨਹੀਂ ਚਾਹੀਦਾ ਮਾਸਕ ਲਾਉਣ ਲੱਗਿਆ, ਕਿਉਂਕਿ ਅਸੀਂ ਆਪਣੀ ਔਰ ਦੂਜੇ ਨੂੰ ਵੀ ਸੇਫ ਕਰਦੇ ਪਏ ਹਾਂ। ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ। ਜੀ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਕੀ ਵਾਹਿਗੁਰੂ ਫਤਿਹ। ਫਤਿਹ ਜੀ। ਅਸੀਂ ਵੀ ਵਿੱਚ ਜਾਂਦੇ ਨੇ ਗੁਰੂ ਘਰ ਆਏ, ਸੰਡੇ ਨੂੰ ਗਏ ਸੀਗੇ। ਉਹਨਾਂ ਨੇ ਟੈਂਪਰੇਚਰ ਚੈੱਕ ਕਰਨ ਦੇ, ਸੈਕਟਰੀ ਸਾਹਿਬ ਵੀ ਬੈਠੇ ਸੀ, ਤੇ ਉਹਨਾਂ ਨੇ ਟੈਂਪਰੇਚਰ ਚੈੱਕ ਕਰਦੇ ਨੇ ਅੰਦਰ ਜਾਣ ਤੋਂ ਪਹਿਲਾਂ। ਜੀ ਠੀਕ ਹੈ। ਤੇ ਸਾਰੀਆਂ ਸਹੂਲਤਾਂ ਨਾਲ, ਪਲੱਸ ਉਹਨਾਂ ਨੇ ਮਾਸਕ ਵੀ ਉਹ ਦੇ ਰਹੇ ਨੇ ਵੀ ਤੁਸੀਂ ਮਾਸਕ ਜੇ ਨਹੀਂ ਤੁਸੀਂ ਲੈ ਲਓ, ਹਨਾ। ਵਧੀਆ ਰੱਖਿਆ, ਕਾਫੀ ਜੀ। ਢੇਰ ਲਾ ਕੇ ਉਹਨਾਂ ਨੇ ਜੀ ਅੰਦਰ ਵੀ ਨਿਸ਼ਾਨੀਆਂ ਲਾਈਆਂ। ਤੇ ਲੰਗਰ ਨਹੀਂ, ਕਿਉਂਕਿ ਉਹ ਕਹਿੰਦੇ ਮਰਜ਼ੀ ਤੁਸੀਂ ਜੇ ਛਕਣਾ ਤੁਹਾਡੀ ਮਰਜ਼ੀ ਹੈ। ਜੀ ਤੇ ਬਸ ਜੇ ਭੋਗ ਪਹਿਲਾਂ 2-2:30 ਵਜੇ ਪੈਂਦਾ ਸੀ, ਹੁਣ ਉਹ 1-1:30 ਵਜੇ ਭੋਗ ਪਾ ਦਿੰਦੇ ਨੇ। ਜੀ ਜੀ ਕਾਫੀ ਹੱਦ ਤੱਕ ਉਹਨਾਂ ਨੇ ਮਤਲਬ ਕਿ ਇਸ ਚੀਜ਼ ਨੂੰ ਫੋਲੋ ਕਰ ਰਹੇ ਕਿ ਐਵਰੀਵਨ ਇਨਸਾਈਡ ਗੋਇੰਗ ਟੂ ਬੀ ਦੀ ਮਾਸਕ ਔਨ ਫੇਸ, ਸਾਰੇ ਲਾਉਂਦੇ ਨੇ। ਜੀ ਸੋ ਇਹ ਕਿਹੜੀ ਜਗ੍ਹਾ ਦਾ ਤੁਸੀਂ ਦੱਸ ਰਹੇ ਹੋ? ਇਹ ਹਾਂਜੀ, ਮੈਂ ਆਪਣੇ ਕਾਰਟਰੇਟ ਵੁੱਡ ਬ੍ਰਿਜ, ਕਾਰਟਰੇਟ ਅੱਛਾ, ਨਿਊ ਜਰਸੀ ਸੀ। ਬਹੁਤ ਵਧੀਆ ਜੀ। ਕਿਉਂਕਿ ਉੱਥੇ ਤਾਂ ਜੀ ਪਹਿਲੋਂ ਹਾਲਾਤ ਕਾਫੀ ਜਿਹੜੇ ਉਹ ਬੈਡ ਸੀਗੇ, ਪਰ ਚਲੋ ਹੋਪਫੁਲੀ ਹੁਣ ਥੋੜੇ ਠੀਕ ਜਿਹੜੇ ਉੱਥੇ ਹੋ ਰਹੇ ਆ ਸਿਚੁਏਸ਼ਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੇਖੋ ਫਤਿਹ। ਬਹੁਤ ਵਧੀਆ ਹੈਗਾ, ਜਿਹੜਾ ਬਿਲਕੁਲ ਸਾਨੂੰ ਬਚਾਅ ਰੱਖਣਾ ਚਾਹੀਦਾ ਹੈਗਾ। ਜੀ ਕਰਮਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਆਪਣਾ ਸਿੰਸੀਅਰ ਹਾਇਓ ਤੋਂ ਬੋਲ ਰਿਹਾ ਜੀ। ਜੀ। ਤੇ ਮੈਂ ਪਿਛਲੇ ਲਾਸਟ ਵੀਕ ਗੁਰਦੁਆਰਾ ਸਾਹਿਬ ਗਿਆ ਸੀ, ਤੇ ਬਹੁਤ ਵਧੀਆ ਸਿਸਟਮ ਸੀ ਉਹਨਾਂ ਦਾ। ਇਹ ਆਪਣਾ ਪ੍ਰਧਾਨ ਸਾਹਿਬ ਜੀ ਨੇ ਅਨਾਉਂਸਮੈਂਟ ਕੀਤੀ ਸੀ, ਕਹਿੰਦੇ ਵੀ ਹੁਣ ਅਸੀਂ ਚਾਹ ਦਾ ਟਾਈਮ ਜਿਹੜਾ ਥੋੜਾ ਚੇਂਜ ਕਰ ਰਹੇ ਹਾਂ, ਯਾਨੀ ਕਿ ਚਾਹ ਦਾ ਟਾਈਮ ਹੁੰਦਾ 11 ਵਜੇ, ਉਹ ਕਹਿੰਦੇ ਸਮਾਪਤ ਕਰ ਦਿਆਂਗੇ, ਸਾਂਭ ਦਿਆਂਗੇ, ਤੇ ਕੋਈ ਵੀ ਗੁੱਸਾ ਨਾ ਕਰੇ। ਔਰ 11 ਵਜੇ ਸੇਮ ਟਾਈਮ ਤੇ ਉਹ ਲੰਗਰ ਸ਼ੁਰੂ ਕਰ ਦਿੰਦੇ। ਲੰਗਰ ਸ਼ੁਰੂ ਕਰਨ ਦਾ ਬਹੁਤ ਹੀ ਵਧੀਆ ਤਰੀਕਾ ਆ। ਉਹਨਾਂ ਨੇ 6-6 ਫੁੱਟ ਤੇ ਨਾ ਸਾਰੇ ਨਿਸ਼ਾਨ ਲਗਾ ਕੇ, ਉਸ ਤੋਂ ਪਹਿਲੇ ਹੀ ਮਤਲਬ ਸੰਗਤ ਦੇ ਬੈਠਣ ਤੋਂ ਪਹਿਲੇ ਨਾ ਉਹਨਾਂ ਨੇ ਪਲੇਟਾਂ, ਗਲਾਸ, ਚਮਚੇ 6-6 ਫੁੱਟ ਤੇ ਰੱਖੇ ਹੋਏ ਹੈ। ਯਾਨੀ ਕਿ ਕਹਿਣ ਦਾ ਮਤਲਬ ਕੋਈ ਕਿਸੇ ਕੋਲ ਕੋਈ ਪਲੇਟ ਨਾ ਮੰਗੇ, ਕੋਈ ਚਮਚਾ ਨਾ ਮੰਗੇ। ਉਹ ਪਹਿਲੇ ਹੀ ਸੰਗਤ ਆਪਣੇ ਹਿਸਾਬ ਨਾਲ 6 ਫੁੱਟ ਤੇ ਜਾ ਕੇ ਬਹਿ ਜਾਏਗੀ। ਯਾਨੀ ਕਿ ਇਹ ਨਹੀਂ ਕਿ ਕੋਈ ਪਲੇਟ ਲੈ ਕੇ ਤੁਰੇਗਾ ਵੀ ਅੱਗੇ ਹੋ ਜਾਏਗਾ ਜਾਂ ਕੋਈ ਪਿੱਛੇ ਹੋਏਗਾ। ਉਹਨਾਂ ਨੇ ਪਲੇਟਾਂ ਪਹਿਲੇ ਹੀ ਮੈਂ ਕਿ ਉੱਥੇ ਰੱਖ ਦਿੱਤੀਆਂ ਹੋਈਆਂ। ਯਾਨੀ ਕਿ ਕੋਈ ਲੱਭ ਗਾ, ਤੁਸੀਂ ਲਾ ਲਓ 50 ਕੁ ਪਲੇਟਾਂ ਦਾ ਉਹਨਾਂ ਨੇ ਸਿਸਟਮ ਬਣਾਇਆ ਥੱਲੇ ਹਾਲ ਦੇ ਵਿੱਚ। ਆਪਣਾ ਬੈਠੋ ਤੇ ਤੁਸੀਂ ਆਪਣਾ ਮਤਲਬ ਕਿ ਜਾ ਕੇ ਲੰਗਰ ਛਕੋ, ਤੇ ਸੇਮ ਟਾਈਮ ਤੇ ਤੁਸੀਂ ਆਪਣਾ ਬਾਹਰ ਆ ਜਾਓ। ਉੱਪਰ ਆਪਣੇ ਉੱਪਰ ਹਾਲ ਹੈਗਾ, ਉੱਪਰ ਹਾਲ ਦੇ ਚੱਲ ਜਾਓ ਉੱਪਰ। ਇਹ ਸਿਸਟਮ ਬਹੁਤ ਹੀ ਵਧੀਆ ਲੱਗਾ ਉਹਨਾਂ ਦਾ, ਤੇ ਬਹੁਤ ਹੀ ਸਭ ਨੂੰ ਮੈਂ ਚੰਗਾ ਲੱਗਾ। ਤੇ ਪਹਿਲੇ ਹੀ ਜਿਹੜੀਆਂ ਪਲੇਟਾਂ ਪਈਆਂ ਨਾ, ਉਹਦੇ ਨਾਲ ਇਹ ਹੁੰਦਾ ਕਿ ਪਲੇਟਾਂ ਫੜਨ ਲੱਗੇ ਜਾਂ ਪਲੇਟਾਂ ਚੋਂ ਲੈਣ ਲੱਗੇ, ਕੋਈ ਆਪਸ ਚ ਵੱਜੇ ਨਾ, ਜਾਂ ਕੋਈ ਗਲਾਸ ਲੈਣ ਲੱਗੇ ਨਾ ਵੱਜੇ। ਤੁਸੀਂ ਉਹਨਾਂ ਨੇ ਕਿਹਾ ਪ੍ਰਧਾਨ ਜੀ ਨੇ ਕਿ ਤੁਸੀਂ ਆਪਣੀਆਂ ਸੀਟਾਂ ਤੇ ਜਾ ਕੇ ਬਹਿ ਜਾਓ ਆਪਣੇ ਪੰਗਤ ਦੇ ਵਿੱਚ, ਤੇ ਤੁਹਾਨੂੰ ਲੰਗਰ ਆਪਣੇ ਆਪ ਮਿਲ ਜਾਏਗਾ। ਔਰ ਕੋਈ ਵੀ ਸੰਗਤ ਗੁੱਸਾ ਨਾ ਕਰੇ ਕਿ ਚਾਹ 11 ਵਜੇ ਬੰਦ ਕਰਤੀ ਹੈ, ਫਿਰ ਲੰਗਰ 11 ਵਜੇ ਸ਼ੁਰੂ ਕਰਤਾ। ਇਹ ਸਿਰਫ ਆਪਾਂ ਆਪਣੀ ਸੇਫਟੀ ਵਾਸਤੇ ਸਾਨੂੰ ਨਹੀਂ ਕਰ ਰਹੇ। ਚਲੋ ਜੀ, ਬਹੁਤ ਵਧੀਆ, ਥੈਂਕ ਯੂ ਜੀ, ਥੈਂਕ ਯੂ। ਸੋ ਇਹ ਬੜੀਆਂ ਪੋਜ਼ਿਟਿਵ ਜਿਹੜੀਆਂ ਗੱਲਾਂ ਸੁਣਨ ਨੂੰ ਮਿਲੀਆਂ। ਵੱਖ-ਵੱਖ ਦੇਖੋ, ਸਿੰਸਨਾਟੀ ਤੋਂ ਵੀ, ਨਿਊ ਜਰਸੀ ਤੋਂ ਵੀ, ਆਪਣੇ ਸੈਕਰਾਮੈਂਟੋ ਚੋਂ ਵੀ, ਇੱਧਰੋਂ ਸਾਰੇ ਪਾਸਿਓਂ ਜਿਹੜੀਆਂ ਮਿਲ ਰਹੀਆਂ। ਇੱਕ ਚੰਗੀ ਜਿਹੜੀ ਪਹਿਲ ਕਦਮੀ ਹੈਗੀ ਆ, ਤੇ ਸਾਰੇ ਪ੍ਰਬੰਧਕਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਵਿਪਤਾ ਦੀ ਘੜੀ ਦੇ ਵਿੱਚ ਮੋਹਰੇ ਆ ਕੇ ਇਸ ਚੀਜ਼ ਨੂੰ ਜਿਹੜਾ ਉਹ ਸਾਂਭਣ ਦੀ ਹਰ ਇੱਕ ਚੀਜ਼ ਨੂੰ ਕੋਸ਼ਿਸ਼ ਕੀਤੀ ਆ, ਤੇ ਆਪਣਾ ਇਹ ਫਰਜ਼ ਜਿਹੜਾ ਸਾਰੇ ਪ੍ਰਬੰਧਕਾਂ ਨੇ ਜਿਹੜਾ ਉਹ ਪਛਾਣਦੇ ਹੋਏ ਵੀ ਸੰਗਤ ਨੂੰ ਤੇ ਖੁਦ ਆਪ ਨੂੰ ਤੇ ਸਾਰਿਆਂ ਨੂੰ ਜਿਹੜਾ ਉਹ ਆਪਾਂ ਕਿੱਦਾਂ ਸੇਫ ਰੱਖਣਾ ਆ। ਧਾਰਮਿਕ ਭਾਵਨਾਵਾਂ ਵੀ ਜਿਹੜੀਆਂ ਲੋਕਾਂ ਦੀਆਂ ਉੱਥੇ ਜੁੜੀਆਂ ਰਹਿਣ, ਜਿਹੜੇ ਆ ਜਾ ਸਕਦੇ ਨੇ, ਜਿਹੜੇ ਠੀਕ ਨੇ ਉਹ ਉੱਥੇ ਆਉਣ ਜਾਣ ਵੀ, ਤੇ ਜਿਹੜੀ ਸੇਫਟੀ ਦਾ ਵੀ ਨਾਲ ਦੇ ਨਾਲ ਜਿਹੜਾ ਉਹ ਧਿਆਨ ਰੱਖਿਆ ਜਾ ਸਕੇ। ਸੋ ਸਾਰਿਆਂ ਦਾ ਹੀ ਅਸੀਂ ਪ੍ਰਬੰਧਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ। ਸੋ ਬਿਲਕੁਲ, ਜਿਸ ਤਰ੍ਹਾਂ ਮੈਂ ਜਿਹੜੀ ਡਾਕਟਰ ਦੀ ਗੱਲ ਕਰ ਰਿਹਾ ਸੀ, ਉਹ ਕਹਿੰਦੇ ਵੀ ਜੇ ਕੋਈ ਬੰਦਾ
ਛਿੱਕ ਮਾਰ ਰਿਹਾ ਜਾਂ ਖੰਘ ਰਿਹਾ ਹੈਗਾ, ਉਹਦੇ ਨਾਲ ਵਾਇਰਸ ਦੇ ਜਿਹੜੇ ਪਾਰਟੀਕਲ ਫੈਲਣ ਦੇ ਜਿਹੜੀ ਚਾਂਸ ਆ ਬਹੁਤ ਜ਼ਿਆਦਾ ਵੱਧ ਜਾਂਦੇ ਆ। ਇਸੇ ਤਰ੍ਹਾਂ ਉਹ ਕਹਿੰਦੇ ਵੀ ਜਿਹੜੇ ਚਰਚ ਦੇ ਵਿੱਚ ਜਿਹੜਾ ਇੱਕ ਜਿਹੜਾ ਪਾਦਰੀ ਹੁੰਦਾ ਜਾਂ ਜਿਹੜਾ ਬੋਲਣ ਵਾਲਾ ਹੁੰਦਾ, ਉਹ ਜ਼ੋਰ ਦੇ ਨਾਲ ਬੋਲਦਾ, ਉਹਦੇ ਨਾਲ ਵੀ ਚਾਂਸ ਹੋ ਸਕਦੇ। ਜਿਸ ਤਰ੍ਹਾਂ ਆਪਾਂ ਗ੍ਰੰਥੀ ਸਿੰਘਾਂ ਦੀ ਗੱਲ ਕਰਦੇ ਸੀ, ਉਹ ਹੋ ਸਕਦਾ ਵੀ ਪਲਾਸਟਿਕ ਦਾ ਮੂਹਰੇ ਕਵਰ ਲਾ ਲਓ ਜਾਂ ਸ਼ੀਲਡ ਲਾ ਲਓ, ਆਈ ਥਿੰਕ ਉਹ ਬੈਟਰ ਰਹਿੰਦੀ ਆ। ਸੋ ਬੈਟਰ ਰਹਿੰਦੀ ਆ। ਸੋ ਸੈਨੀਟਾਈਜੇਸ਼ਨ ਤੇ ਨਹੀਂ ਹਜੇ ਕਿਸੇ ਸਾਡੇ ਸਰੋਤੇ ਨੇ ਗੱਲ ਕੀਤੀ, ਬਸ ਜਿਹੜੇ ਸੈਨੀਟਾਈਜ਼ਰ ਆ ਉਹ ਵੀ ਵੱਧ ਤੋਂ ਵੱਧ ਜਿਹੜੇ ਆ ਗੁਰੂ ਘਰ ਦੇ ਵਿੱਚ, ਚਾਹੇ ਜਿੱਥੇ ਤੁਸੀਂ ਸ਼ੂ ਲਾਣੇ ਹੈਗੇ ਆ, ਬਾਥਰੂਮ 'ਚ, ਲੰਗਰ ਹਾਲ 'ਚ, ਉਹ ਵੱਧ ਤੋਂ ਵੱਧ ਉੱਥੇ ਜਿਹੜੇ ਚਾਹੀਦੇ ਹੈਗੇ ਆ। ਅਤੇ ਇਹ ਇਕੱਲਾ ਕੋਈ ਕਮੇਟੀਆਂ ਦੀ ਜਾਂ ਗੁਰੂ ਘਰ ਦੇ ਜਿਹੜੇ ਸੇਵਾਦਾਰ ਆ ਉਹਨਾਂ ਦੀ ਜੋਬ ਨਹੀਂ ਹੁੰਦੀ, ਜਿਹੜੇ ਆਮ ਲੋਕ ਆ, ਜਿਹੜੇ ਸਾਡੇ ਵਰਗੇ ਜਦੋਂ ਜਾਂਦੇ ਆ, ਜੇ ਨਹੀਂ ਤਾਂ ਉੱਥੇ ਆਪ ਵੀ ਸੇਵਾ ਕਰ ਸਕਦੇ ਹੈਗੇ। ਇੱਦਾਂ ਇੱਕ ਦੂਜੇ ਦੀ ਕੰਪਲੇਨ ਨਹੀਂ ਕਰਨੀ ਚਾਹੀਦੀ, ਕਿਉਂਕਿ ਰਲ ਕੇ ਜਿਹੜਾ ਆ ਸਾਰੇ ਆਪਾਂ ਇਸ ਜਿਹੜਾ ਮਹਾਂਮਾਰੀ ਆ ਉਹ ਤੋਂ ਬਚ ਸਕਦੇ ਹੈਗੇ। ਸੋ ਸਾਡਾ ਮੇਨ ਅੱਜ ਜਿਹੜਾ ਇਹ ਟੌਪਿਕ ਡਿਸਕਸ ਕਰਨ ਦਾ ਇਹੀ ਸੀ ਵੀ ਸਾਰੇ ਵਧੀਆ ਕਰੀਏ ਤਾਂ ਕਿ ਕੋਈ ਨੈਗੇਟਿਵ ਖਬਰ ਨਾ ਆਵੇ ਜਿਹਦੇ 'ਚ ਫਿਰ ਆਪਣੀ ਬਦਨਾਮੀ ਹੋਵੇ। ਜੀ ਬਿਲਕੁਲ। ਅਤੇ ਵੈਸੇ ਤਾਂ ਚਲੋ ਸੈਨੀਟਾਈਜੇਸ਼ਨ ਆ, ਉੱਥੇ ਹੱਥ ਧੋਣ ਦੇ ਲਈ ਸਾਰਾ ਕੁਝ ਪ੍ਰਬੰਧ ਹੁੰਦਾ ਹੀ ਆ। ਸੋ ਤੁਸੀਂ ਜਾਣ ਤੋਂ ਪਹਿਲਾਂ, ਅੰਦਰ ਜਾਣ ਤੋਂ ਪਹਿਲਾਂ ਵੀ ਹੱਥ ਧੋਵੋ, ਵਾਪਸ ਉੱਥੋਂ ਮੱਥਾ ਟੇਕ ਕੇ ਵਾਪਸ ਆਉਂਦੇ ਆ ਫਿਰ ਹੱਥ ਧੋਵੋ, ਤਾਂ ਜੋ ਜਿਹੜਾ ਉਹ ਆਪਾਂ ਸਿਚੁਏਸ਼ਨ ਜਿਹੜੀ ਆ ਉਹ ਇੱਦਾਂ ਦੀ ਬਣੇ ਨਾ। ਅਤੇ ਜਿਹੜਾ 20 ਸਕਿੰਟ ਵਾਲਾ ਹੱਥ ਧੋਣ ਵਾਲਾ ਉਹ ਅਜੇ ਵੀ CDC ਵੱਲੋਂ ਉਹੀ ਹੈਗਾ ਆ ਵੀ ਆਪਾਂ 20 ਸਕਿੰਟ ਤੱਕ ਜਿਹੜੇ ਹੱਥ ਆ ਉਹ ਧੋਣੇ ਨੇ। ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਅੱਲਾ ਤਾਂ ਵੀਰ ਸਾਡਾ ਬਹੁਤ ਬਹੁਤ ਧੰਨਵਾਦ, ਤੁਹਾਡੀ ਇੰਨੀ ਜਾਣਕਾਰੀ ਦੇ ਰਹੇ। ਵੀਰ ਜੀ ਮੈਂ ਬੇਨਤੀ ਕਰਦੇ, ਕਿਉਂਕਿ ਗੁਰੂ ਘਰਾਂ ਵਾਲੇ ਮੋਸਟਲੀ ਗੁਰੂ ਘਰਾਂ ਵਾਲਿਆਂ ਬਹੁਤ ਵਧੀਆ ਪ੍ਰਬੰਧ ਕੀਤਾ। ਉਹਨੇ ਮੰਨ ਲਓ 6-6 ਫੁੱਟ ਤੇ ਨੇ ਆਪਣੇ ਸਾਨ ਕਹਿੰਦੇ ਮਾਰਕ ਕੀਤੇ ਹੋ ਆ, ਪਰ ਸਾਡੀ ਜਿਹੜੀ ਸੰਗਤ ਨੂੰ ਉਹਨੂੰ ਥੋੜਾ ਮੰਨ ਲਓ ਸੋਚਣਾ ਚਾਹੀਦਾ ਕਿ ਉਹ ਉਸ ਹਿਸਾਬ ਨਾਲ ਬਹਿੰਦੇ ਨਹੀਂ ਹੈ। ਤੇ ਦੂਸਰੀ ਗੱਲ, ਆਪਣੇ ਸੈਨੀਟਾਈਜ਼ਰ ਕਈ ਗੁਰੂ ਘਰਾਂ ਵਿੱਚ ਸੈਨੀਟਾਈਜ਼ਰ ਨਹੀਂ ਹੈ, ਹੱਥ ਧੋਣ ਲਈ ਤਾਂ ਹੈਗਾ ਉਹਨਾਂ ਕੋਲ ਪ੍ਰਬੰਧ, ਪਰ ਸੈਨੀਟਾਈਜ਼ਰ ਜ਼ਰੂਰ ਰੱਖਣਾ ਚਾਹੀਦਾ। ਤੇ ਇੱਕ ਰੁਮਾਲਿਆਂ ਦਾ ਜਿਹੜਾ ਉਹਨਾਂ ਨੂੰ ਵੱਖਰਾ ਰੱਖਣਾ, ਜਿਹੜੇ ਵਰਤ ਕੇ ਮੁੜ ਕੇ ਧੋਣ ਵਾਲੇ ਜਗ੍ਹਾ ਤੇ ਸਿੱਟਣ, ਜਾਂ ਫਿਰ ਤਕਰੀਬਨ ਜਿਹੜੀ ਸੰਗਤ ਆਉਂਦੀ ਆਪਣੇ ਲੈ ਕੇ, ਤੇ ਬਹੁਤ ਵਧੀਆ ਗੱਲ ਆ। ਤੇ ਮਾਸਕ, ਜੇ ਫੇਸ ਮਾਸਕ ਜ਼ਰੂਰ ਪਾਉਣੀ ਚਾਹੀਦੀ ਆ। ਤੇ ਕੀਰਤਨੀ ਜਥੇ ਵਾਸਤੇ ਉਹ ਮੁਸ਼ਕਿਲ ਆ ਜੀ, ਤਾਂ ਮੈਂ ਤਾਂ ਸਹਿਮਤ ਰਹੀ ਇਸ ਗੱਲ ਨਾਲ। ਤੇ ਬੜਾ ਔਖਾ ਹੋ ਜਾਂਦਾ, ਕਿਉਂਕਿ ਕੀਰਤਨ ਕਰਦੇ ਜਦ ਤੁਸੀਂ ਮਾਸਕ ਪਾਈਓ ਤੇ ਜਿਹੜੇ ਆਪਣੇ ਜਿਹੜੇ ਬੋਲ ਸਹੀ ਨਹੀਂ ਨਿਕਲਦੇ, ਪ੍ਰੋਨਾਂਸੀਏਸ਼ਨ ਗਲਤ ਹੋ ਜਾਂਦੀ ਹੈ। ਸੋ ਆਈ ਥਿੰਕ ਇਹਨਾਂ ਨੂੰ ਸਾਰੇ ਗੁਰੂ ਘਰਾਂ ਨੂੰ ਉੱਥੇ ਮਾਡਲ ਪਲੈਕਸੀ ਗਲਾਸ ਜਿਹੜੇ ਉਹ ਲਾ ਦੇਣੇ ਚਾਹੀਦੇ, ਮੋਹਰੇ ਇੱਕ ਲਾ ਦੇਣੇ ਜੀ। ਜਾਂ ਫਿਰ ਇੱਦਾਂ ਹੋ ਸਕਦਾ ਵੀਰ ਜੀ, ਮੰਨ ਲਓ ਤਿੰਨ ਸਿੰਘ ਹੁੰਦੇ, ਉਹਨਾਂ ਨੂੰ ਮੰਨ ਲਓ ਉਹਨਾਂ ਫਾਸਲੇ ਤੇ ਬਿਠਾਇਆ ਜਾਵੇ, ਤੇ ਮੇਰਾ ਖਿਆਲ ਕੋਈ ਵੱਡੀ ਮੁਸ਼ਕਿਲ ਨਹੀਂ ਉਹਨਾਂ ਵਾਸਤੇ। ਤਾਂ ਨਹੀਂ, ਜਥੇ ਵਾਲਿਆਂ ਦਾ ਆਪਸ ਵਿੱਚ ਕੋਈ ਨਹੀਂ, ਕਿਉਂਕਿ ਉਹ ਤਾਂ ਇੱਕੋ ਜਗ੍ਹਾ ਰਹਿੰਦੇ ਆ, ਉਹਨਾਂ ਨੂੰ ਨਹੀਂ ਕੋਈ ਰੌਲਾ ਹੈਗਾ। ਜਦੋਂ ਬਾਹਰੋਂ ਕਿਸੇ ਸੰਗਤ ਦੇ ਮੈਂਬਰ ਨੇ ਜਾਣਾ ਫਿਰ ਪ੍ਰੋਬਲਮ ਹੁੰਦੀ ਹੈ। ਦੂਰੇ ਹੁੰਦੀ ਹੈ ਸਟੇਜ ਤੋਂ, ਕੋਈ ਲਾਗੇ ਨਹੀਂ ਹੁੰਦਾ ਇੰਨਾ। ਹਾਂਜੀ, ਨਹੀਂ ਚਲੋ ਪ੍ਰੀਕਾਸ਼ਨ ਇਜ਼ ਬੈਟਰ ਦੈਨ ਕਿਉਰ, ਵੀ ਆਪਾਂ ਕਿਸੇ ਨੂੰ ਕਹਿਣ ਦਾ ਜਿਹੜਾ ਨਾ ਹੋਵੇ। ਮਾਈਕ ਅੰਦਰਲੇ ਪਾਸੇ ਰੱਖਿਆ ਜਾ ਸਕਦਾ, ਪਲੈਕਸੀ ਗਲਾਸ ਮੂਹਰੇ ਜਿਹੜਾ ਉਹ ਲਾ ਦਿੱਤਾ ਜਾਵੇ, ਜਿਹੜਾ ਟਰਾਂਸਪੇਰੈਂਟ ਆ, ਤਾਂ ਜੋ ਕਿਸੇ ਨੂੰ ਇਹ ਨਾ ਹੋਵੇ ਵੀ ਉੱਥੇ ਇੱਦਾਂ ਹੈ ਉੱਦਾਂ। ਸੋ ਕਿਸੇ ਨੂੰ ਕਹਿਣ ਦਾ ਮੌਕਾ ਜਿਹੜਾ ਉਹ ਨਾ ਕਹਿਣ ਦਾ ਮੌਕਾ ਨਾ, ਹਾਂ ਇਹ ਮੰਨ ਲਓ ਇਹ ਤੋਂ ਰੋਕ ਸਕਦੇ। ਦੂਜੀ ਗੱਲ, ਸੰਗ ਜਦ ਜਾਂਦੀ ਆਪਸ ਵਿੱਚ ਵੀ ਮੰਨ ਲਓ ਹੱਥ ਨਾ ਮਿਲਾਉਣ ਕੇ ਨਾ, ਦੂਰੋਂ ਫਤਿਹ ਬੁਲਾਓ, ਬਹੁਤ ਵਧੀਆ ਗੱਲ ਹੈ। ਤੇ ਲਾਗੇ ਨਾ ਲੱਗੋ ਕਿਸੇ ਦੇ। ਤੇ ਮੈਂ ਕਿਹਾ ਇਹਦਾ ਦੇਖੋ, ਮਾਸਕ ਪਾਉਣਾ ਜਾਂ ਫਾਸਲਾ ਰੱਖਣਾ ਜੀ, ਇਹ ਨਾ ਬਹੁਤ ਫਰਕ ਪੈਂਦਾ, ਇਹਦਾ ਬਚਾਅ ਬਹੁਤ ਆ। ਕਿਉਂਕਿ ਪਰਹੇਜ਼ ਚੰਗਾ ਇਲਾਜ ਨਾਲ ਪਰਹੇਜ਼ ਵਧੀਆ। ਇਸ ਵੇਲੇ ਤੇ ਹੋਰ ਕੇਸ ਵਧੇ, ਸਾਡੇ ਸਰ ਕਾਉਂਟੀ ਕਾਫੀ ਕੇਸ ਵਧੇ ਆ। ਤੁਹਾਨੂੰ ਇਹ ਖਬਰ ਮਿਲੀ ਕਿ ਨਹੀਂ, ਪਰ ਬੜਾ ਔਖਾ ਜਿਹਾ ਹੋਇਆ। ਤੇ ਜੇ ਤੁਸੀਂ ਕਿਤੇ ਘਰ ਵੀ ਜਾਂਦੇ, ਬੇਸ਼ੱਕ ਜਾਣਾ ਅੱਬਲ ਤਾਂ ਨਾ ਹੀ ਜਾਓ, ਜੇ ਜਾਣਾ ਤਾਂ ਫੇਸ ਮਾਸਕ ਪਾ ਕੇ ਜਾਓ, ਅਗਲੇ ਨਾਲ ਫਤਿਹ ਸਾਂਝੀ ਕਰਕੇ ਬੋਲਚਾਲ ਕਰਕੇ ਆ ਜਾਓ। ਮੈਂ ਤਾਂ ਇਹੀ ਬੇਨਤੀ ਕਰਦਾ। ਤੇ ਬਾਕੀ ਮੋਰੇ ਆਉਂਦਾ ਪਟਾਕਿਆਂ ਵਾਲਾ ਵੀ ਆ, ਤੇ ਇਹ ਵੀ ਖਿਆਲ ਰੱਖਣਾ ਤੇ ਇਕੱਠੇ ਨਾ ਹੋਵੋ, ਤੇ ਹੋਣਾ ਤੇ ਆਪਣਾ ਥੋੜਾ ਪਰਹੇਜ਼ ਜ਼ਰੂਰ ਰੱਖੋ। ਮੈਂ ਤਾਂ ਮੇਰੀ ਤਾਂ ਇਹੀ ਬੇਨਤੀ ਹੈ ਜੀ। ਥੈਂਕ ਯੂ ਸਰ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ, ਹਾਲ ਦੀ ਘੜੀ ਬਚਾਅ ਹੀ ਜਿਹੜਾ ਉਹ ਤੁਸੀਂ ਰੱਖੋ। ਜਿਹੜੀ ਚੀਜ਼ ਨੂੰ ਤੁਸੀਂ ਰੋਕ ਸਕਦੇ ਹੋ, ਨਹੀਂ ਕਰਕੇ ਤੁਹਾਡਾ ਗੁਜ਼ਾਰਾ ਹੋ ਸਕਦਾ, ਉਹ ਜਿਹੜਾ ਉੱਦਾਂ ਹੀ ਕਰੋ, ਨਾ ਹੀ ਜਿਹੜਾ ਉਹ ਕੀਤਾ ਜਾਵੇ। ਤਾਂ ਜੋ ਦੇਖੋ ਆਪਾਂ ਆਪਣੇ ਆਪ ਨੂੰ, ਪਰਿਵਾਰਾਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਜਿਹੜਾ ਉਹ ਆਪਾਂ ਸੇਫ ਖੁਦ ਹੀ ਰੱਖ ਸਕਦੇ ਹਾਂ। ਸਰਬਜੀਤ ਸਿੰਘ ਜੀ ਕਰਮਨ ਤੋਂ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਵਧੀਆ ਟੌਪਿਕ ਆ ਜੀ। ਹਾਂਜੀ, ਮਾਸਕ ਬਿਲਕੁਲ ਪਾ ਕੇ ਜਾਣਾ ਚਾਹੀਦਾ ਜਿੱਥੇ ਵੀ ਅਸੀਂ ਕਿਤੇ ਜਾਂਦੇ ਆ। ਤੇ ਮਾਸਕ ਪਾਉਣ ਦਾ ਥੋੜਾ ਜਿਹਾ ਪ੍ਰੋਪਰ ਤਰੀਕਾ ਵੀ ਚਾਹੀਦਾ। ਮੈਂ ਕਈ ਆਪਣੇ ਵੀਰ ਕਾਸਕੋ 'ਚ ਦੇਖੇ ਸੀ ਨਾ, ਉਹ ਮਾਸਕ ਸਿਰਫ ਦਾੜੀ ਤੇ ਸੀਗਾ ਜੀ, ਮੂੰਹ ਤੇ ਹੈ ਨਹੀਂ ਸੀ ਕਈਆਂ ਦੇ।
ਤੇ ਆ ਕਿ ਇਹ ਬਹੁਤ ਜ਼ਰੂਰੀ ਆ। ਗੁਰਦੁਆਰਾ ਸਾਹਿਬ ਦੇ ਵਿੱਚ ਬਿਲਕੁਲ ਸਾਡਾ ਸਾਰਿਆਂ ਦਾ ਆਪਣਾ ਫਰਜ਼ ਬਣਦਾ ਵੀ ਸੈਨੀਟਾਈਜ਼ਰ ਜ਼ਰੂਰ ਚਾਹੀਦੇ ਜੀ, ਡੋਰ ਦੇ ਲਾਗੇ, ਬਾਥਰੂਮ ਵਿੱਚ। ਸਪੈਸ਼ਲੀ ਮੈਂ ਨੋਟਿਸ ਕੀਤਾ ਚੌਰ ਸਾਹਿਬ ਜਿਹੜੇ ਕਰਦੇ ਨਾ, ਤਾਂ ਉਹ ਚੌਰ ਸਾਹਿਬ ਨੂੰ ਵੀ ਸੈਨੀਟਾਈਜ਼ਰ ਜ਼ਰੂਰ ਕਰਨਾ ਚਾਹੀਦਾ ਜੀ ਜੀ। ਦੂਜੇ ਬੰਦੇ ਜਿਹੜੇ ਹੱਥ ਲਾਉਂਦਾ ਫਿਰ ਉਹਨੂੰ ਖਿਆਲ ਰੱਖਣਾ। ਸਾਡਾ ਤਾਂ ਬਹੁਤ ਵਧੀਆ ਜੀ, ਅਸੀਂ ਕਰਮਨ ਦੇ ਵਿੱਚ ਇੱਕ ਬਹੁਤ ਵਧੀਆ ਗੱਲ ਆ ਵੀ ਸਾਡੇ ਜਿਹੜੇ ਗੁਰਦੁਆਰੇ ਦੇ ਗ੍ਰੰਥੀ ਆ ਉਹ ਵਿਚਾਰੇ ਕੱਪੜੇ ਸੀ ਲੈਂਦੇ ਆਪ, ਤੇ ਉਹ ਮਾਸਕ ਸਾਨੂੰ ਬਣਾ ਕੇ ਆਪ ਦਿੰਦੇ ਆ ਜੀ, ਤੇ ਸਾਨੂੰ ਤਾਂ ਕੋਈ ਪ੍ਰੋਬਲਮ ਹੀ ਹੈ ਨਹੀਂ। ਚਲੋ ਬਹੁਤ ਵਧੀਆ ਜੀ, ਹਾਂਜੀ ਹਾਂਜੀ ਬਹੁਤ ਵਧੀਆ, ਉਹ ਬੜੀ ਸੇਵਾ ਕਰਦੇ ਵਿਚਾਰੇ ਸਿੰਘ। ਜਿਹੜੇ ਵੀ ਕਿਸੇ ਨਾਂ ਵੀ ਕੋਲ ਹੋਵੇ ਤਾਂ ਕਹਿ ਦਿੰਦੇ ਵੀ ਲੈ ਕੇ ਜਾਓ ਪਏ ਹੋ, ਅਸੀਂ ਰੱਖੇ ਹੋ ਅਸੀਂ। ਥੈਂਕ ਯੂ ਜੀ। ਬਿਲਕੁਲ ਬਿਲਕੁਲ ਜੀ, ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ, ਜਿੱਥੇ ਵੀ ਜਾਂਦੇ ਆ ਮਾਸਕ ਪਾ ਕੇ ਜਾਓ, ਬਿਲਕੁਲ ਬਹੁਤ ਜ਼ਿਆਦਾ ਜ਼ਰੂਰੀ ਆ। ਥੈਂਕ ਯੂ ਜੀ। ਬਾਕੀ ਲੰਗਰ ਦੀ ਗੱਲ ਰਹੀ, ਲੰਗਰ ਤਾਂ ਮੇਰਾ ਖਿਆਲ ਅਜੇ ਬੰਦ ਹੀ ਚਾਹੀਦਾ ਜੀ ਗੁਰਦੁਆਰਾ ਸਾਹਿਬਾਨ ਦੇ ਵਿੱਚ, ਕੋਈ ਲੋੜ ਨਹੀਂ ਹਜੇ ਏਡੀ, ਕੋਈ ਨਹੀਂ, ਹੌਲੀ ਹੌਲੀ ਗੁਰੂ ਕਿਰਪਾ ਕਰੂਗਾ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਇੱਕ ਜਿਹੜੀ ਜ਼ਰੂਰੀ ਚੀਜ਼ ਆ, ਬਹੁਤ ਇਕੱਲੀ ਆਪਣੀ ਨਹੀਂ, ਮੈਂ ਬਹੁਤ ਜ਼ਿਆਦਾ ਲੋਕਾਂ ਨੂੰ ਦੇਖਦਾ ਆ, ਮੂੰਹ ਦੇ ਉੱਤੇ ਮਾਸਕ ਪਾਇਆ, ਨੱਕ ਨੂੰ ਨਹੀਂ ਢੱਕਿਆ ਹੁੰਦਾ। ਛਿੱਕ ਜਦੋਂ ਆਉਣੀ ਹੈ, ਨੱਕ ਜੇ ਢੱਕਿਆ ਨਹੀਂ ਤਾਂ ਫਿਰ ਫਾਇਦਾ ਕੀ ਉਹ ਮਾਸਕ ਪਾਏ ਦਾ। ਸੋ ਕਿਰਪਾ ਕਰਕੇ ਜਿੰਨੇ ਮਾਸਕ ਪਾਉਣਾ ਚੱਜ ਦੇ ਨਾਲ ਪਾਓ, ਨੱਕ ਤੇ ਮੂੰਹ ਜਿਹੜੇ ਦੋਨਾਂ ਨੂੰ ਜਿਹੜਾ ਉਹ ਤੁਸੀਂ ਢੱਕੋ। ਜੇ ਉਹ ਢੱਕਿਆ ਨਹੀਂ ਹੈਗਾ ਤੇ ਫਿਰ ਤੁਸੀਂ ਕਿਸੇ ਨੂੰ ਜਿਹੜਾ ਉਹ ਬਚਾ ਨਹੀਂ ਸਕੋਗੇ, ਉਹ ਫਿਰ ਉਹ ਤੁਹਾਡੇ ਲਈ ਵੀ ਓਨਾ ਹੀ ਖਤਰਾ ਤੇ ਅਗਲੇ ਜਿਹੜੇ ਜਿਹਦੇ ਲਾਗੇ ਨਜ਼ਦੀਕ ਹੈਗੇ ਆ ਉਹਦੇ ਲਈ ਵੀ ਇੰਨਾ ਖਤਰਾ। ਜਦੋਂ ਹੁਣ ਤੁਸੀਂ ਬਾਹਰ ਕਿਤੇ ਆਉਂਦੇ ਜਾਂਦੇ ਆ, ਜੇ ਕੋਈ ਇਦਾਂ ਕਰ ਰਿਹਾ ਆ, ਉਹਨੂੰ ਪਿਆਰ ਦੇ ਨਾਲ ਇੱਕ ਵਾਰੀ ਜਿਹੜਾ ਉਹ ਜ਼ਰੂਰ ਤੁਸੀਂ ਆਪਣਾ ਫਰਜ਼ ਸਮਝਦੇ ਹੋਏ ਜਿਹੜਾ ਉਹਨਾਂ ਨੂੰ ਕਹਿ ਦਿਓ ਵੀ ਭਾਈ ਕਿਰਪਾ ਕਰਕੇ ਦੂਰੀ ਜਿਹੜੀ ਉਹ ਬਣਾ ਕੇ ਰੱਖੋ। ਬਾਕੀ ਜੇ ਗੱਲਾਂ ਬਾਤਾਂ ਕਰਨੀਆਂ ਹੀ ਆ ਤੇ ਉਹ ਤੁਸੀਂ ਫਿਰ ਇਦਾਂ ਕਰ ਸਕਦੇ ਹੋ ਵੀ ਭਾਈ ਫੋਨ ਦੇ ਉੱਤੇ ਗੱਲਾਂ ਬਾਤਾਂ ਜਿਹੜੀਆਂ ਉਹ ਤੁਸੀਂ ਕਰ ਲਓ, ਫੇਸ ਟਾਈਮ ਕਰੋ, ਵਟਸਐਪ ਕਰੋ। ਅੱਜ ਕੱਲ੍ਹ ਸਹੂਲਤਾਂ ਜਿਹੜੀਆਂ ਮੌਜੂਦ ਨੇ। ਸ਼ਮਸ਼ੇਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸੌਰੀ ਮੈਂ ਤੁਹਾਨੂੰ ਦੁਬਾਰਾ ਡਿਸਟਰਬ ਕੀਤਾ ਵੀਰ ਜੀ। ਜੀ ਵੀਰ ਜੀ ਮੈਂ ਬੇਨਤੀ ਇਹ ਕੀਤੀ ਸੀ ਵੀ ਉਹ ਮਤਲਬ ਉੱਦਾਂ ਸਟੇਟ ਦੇ ਬੈਠੇ ਸੀਗੇ ਭਾਈ ਸਾਹਿਬ, ਵੀਕ ਡੇ ਦੇ ਵਿੱਚ ਉਹ ਮਤਲਬ ਕੀਟਨੀਆਂ ਨਾਲ ਨਹੀਂ ਸ਼ਿਕਾਇਤ ਕੋਈ ਵੀ ਕੀਤੀ ਵੀਰ ਜੀ, ਮੈਂ ਮਾਫੀ ਚਾਹੁੰਦਾ ਇਸ ਕਰਕੇ। ਜੀ ਨਹੀਂ ਨਹੀਂ ਤੁਹਾਡੀ ਤਾਂ ਗੱਲ ਨਹੀਂ, ਜਨਰਿਕ ਗੱਲ ਕਰ ਰਹੇ ਨੇ। ਨਹੀਂ ਨਹੀਂ ਜੀ ਕੋਈ ਗੱਲ ਨਹੀਂ ਜੀ। ਉੱਦਾਂ ਭਾਈ ਸਾਹਿਬ ਬੈਠੇ ਸੀਗੇ ਜੀ ਕੋਈ ਮਤਲਬ ਵੀਕ ਡੇ ਦੇ ਵਿੱਚ। ਜੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜੀ ਕੋਈ ਨਹੀਂ, ਉਹ ਟੈਲੀਫੋਨ ਤੇ ਲੱਗੇ ਹੋਏ ਸੀ ਉੱਦਾਂ, ਇਸ ਕਰਕੇ ਮਾਫੀ ਚਾਹੁੰਦਾ ਵੀਰ। ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜੀ। ਦੇਖੋ ਧਿਆਨ ਇੱਕ ਦੂਜੇ ਦਾ ਆਪਾਂ ਖੁਦ ਹੀ ਰੱਖਣਾ ਹੈ, ਜਿਹੜੇ ਕੋਈ ਊਣਤਾ ਹੀ ਰਹਿ ਜਾਂਦੀ ਆ ਤੇ ਆਪਾਂ ਜਿਹੜੀ ਆ ਉਸ ਨੂੰ ਕਹਿ ਕੇ ਜੇ ਸੁਧਾਰ ਹੋ ਸਕਦਾ ਉਸ ਦੇ ਵਿੱਚ ਕੋਈ ਐਸੀ ਕੋਈ ਗੱਲ ਨਹੀਂ। ਥੈਂਕ ਯੂ ਤੁਹਾਡੇ ਜਿਹੜੀ ਕਾਲ ਦੇ ਲਈ। ਮੁੜ ਦੁਬਾਰਾ ਵੀ ਤੁਸੀਂ ਜਿਹੜਾ ਆ ਕੇ ਜਿਹੜੇ ਇਸ ਚੀਜ਼ ਨੂੰ ਸਪਸ਼ਟ ਕੀਤਾ ਹੈ ਤੇ ਬਹੁਤ ਬਹੁਤ ਸ਼ੁਕਰੀਆ। ਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹਰਜੋਤ ਸਿੰਘ ਜੀ ਸਮਾਪਤ ਹੈ। ਜਾਂਦੇ ਜਾਂਦੇ ਇੱਕ ਜਿਹੜੀ ਅਹਿਮ ਖਬਰ, ਮੈਂ ਕੰਟਕੀ ਦੀ ਜਿਹੜੀ ਇਲੈਕਸ਼ਨ ਹੋਈ ਸੀ ਰੀਸੈਂਟਲੀ ਡੈਮੋਕ੍ਰੇਟ ਪ੍ਰਾਇਮਰੀ, ਉਸ ਦਾ ਦੱਸਦੇ ਜਾਈਏ। ਐਮੀ ਮੈਗਰੈਥ ਜਿਹੜੀ ਹੈਗੀ ਆ, ਇਹ ਮਰੀਨ ਫਾਈਟਰ ਪਾਇਲਟ ਜਿਹੜੀ ਇਹ ਰਹੀ ਸੀ, ਇਹ ਜਿਹੜੀ ਆਪਣੀ ਉਹ ਇਲੈਕਸ਼ਨ ਜਿੱਤ ਗਈ ਆ। ਉੱਥੇ ਜਿਹੜਾ ਚਾਰਲਸ ਬੁਕਰ 35 ਸਾਲਾਂ ਦਾ ਇੱਕ ਨੌਜਵਾਨ ਸਿਆਹ ਕਮਿਊਨਿਟੀ ਦਾ ਸੀਗਾ, ਉਹ ਕਾਫੀ ਉੱਭਰ ਕੇ ਆਇਆ ਸੀ। ਉਸਨੇ ਕਾਫੀ ਕੜੀ ਚੁਣੌਤੀ ਦਿੱਤੀ ਆ, 2% ਪੁਆਇੰਟਸ ਤੋਂ ਜਿਹੜੀ ਇਹ ਜਿੱਤੀ ਆ। ਤੇ ਹੁਣ ਆਉਂਦੀਆਂ ਨਵੰਬਰ ਇਲੈਕਸ਼ਨ ਦੇ ਵਿੱਚ ਸੈਨੇਟ ਮੈਜੋਰਟੀ ਲੀਡਰ ਮਿਚ ਮਕੋਨਲ ਜਿਹੜਾ ਉੱਥੇ ਰੀ ਇਲੈਕਸ਼ਨ ਦੇ ਲਈ ਹੈਗਾ ਸੈਨੇਟ ਦੀ ਸੀਟ ਦੇ ਲਈ, ਉਸ ਨੂੰ ਇਹ ਟੱਕਰ ਦੇਵੇਗੀ ਜੀ। ਸੋ ਜਾਂਦੇ ਕਿਉਂਕਿ ਆਪਾਂ ਗੁਰੂ ਘਰਾਂ ਦੀ ਗੱਲ ਕਰਦੇ ਸੀ, ਰਾਜਕਨਵੀਰ ਸਿੰਘ ਜਕਾਰਾ ਮੂਵਮੈਂਟ ਵੱਲੋਂ ਉਹਨਾਂ ਨੇ ਇੱਕ ਬਾਬਾ ਬੁੱਢਾ ਜੀ ਸੇਵਾਦਾਰ ਫੰਡ ਜਿਹੜਾ ਕ੍ਰੀਏਟ ਕੀਤਾ, ਜਿਹਦੇ ਵਿੱਚ ਉਹਨਾਂ ਨੇ 1,25,000 ਜਿਹੜੇ ਨੌਨ ਸਿੱਖ ਆਰਗੇਨਾਈਜੇਸ਼ਨ ਆ ਉਹਨਾਂ ਵੱਲੋਂ ਪੈਸੇ ਲਏ ਆ, ਤੇ ਇਹਨਾਂ ਨੇ ਮੈਚ ਕਰਨੇ ਪੈਸੇ, ਤਾਂ ਕਿ ਜਿਹੜੇ ਕੈਲੀਫੋਰਨੀਆ ਵਿੱਚ ਰਹਿੰਦੇ ਜਿਹੜੇ ਗੁਰੂ ਘਰਾਂ ਦੇ ਸੇਵਾਦਾਰ ਆ, ਚਾਹੇ ਉਹ ਗ੍ਰੰਥੀ ਸਿੰਘ ਆ, ਚਾਹੇ ਲਾਂਗਰੀ ਸਿੰਘ ਆ, ਕਿਸੇ ਤਰ੍ਹਾਂ ਦੇ ਵੀ ਜਿਹਨੂੰ ਜ਼ਰੂਰਤ ਹੈਗੀ ਆ, ਉਹਨਾਂ ਨੂੰ ਉਹ ਡਿਵਾਈਡ ਕਰਕੇ ਇਕੁਅਲੀ ਪੈਸੇ ਦਿੱਤੇ ਜਾ ਸਕਣ। ਸੋ ਕਹਿੰਦੇ ਮੇਰੀ ਉਹਨਾਂ ਨਾਲ ਗੱਲ ਹੋਈ ਸੀ, 170-80 ਐਪਲੀਕੇਸ਼ਨਾਂ ਉਹਨਾਂ ਕੋਲ ਆ ਚੁੱਕੀਆਂ, ਪਰ ਜਿਹੜੇ ਉਹਨਾਂ ਨੇ ਮੈਚ ਕਰਨਾ ਫੰਡ ਉਹ ਬੜਾ ਸਲੋ ਚੱਲ ਰਿਹਾ। ਕਹਿੰਦੇ ਬੜੇ ਡਿਮੋਰਲਾਈਜ਼ ਸੀ ਵੀ ਆਪਣੇ ਜਿਹੜੇ ਭਾਈਚਾਰੇ ਦੇ ਲੋਕ ਆ ਉਹਨਾਂ ਦੇ ਗ੍ਰੰਥੀ ਸਿੰਘਾਂ ਦੇ ਪ੍ਰਤੀ ਬੜੇ ਜਿਹੜੇ ਵਿਚਾਰ ਆ ਉਹ ਨੈਗੇਟਿਵ ਆ। ਬਹੁਤ ਸਾਰੇ ਜਿਹੜੇ ਮੀਡੀਆ ਆ ਜਾਂ ਹੋਰ ਉਹਨਾਂ ਦੇ ਵਿੱਚ ਵੀ ਜਿਹੜੀ ਨੈਗੇਟਿਵ ਚੱਲ ਰਹੀ ਆ ਵੀ ਦੇਖੋ ਇੱਥੇ ਤਾਂ ਜਿਹੜੇ ਜੌਬ ਕਰਦੇ ਆ ਉਹਨਾਂ ਨੂੰ ਅਨਪਲਾਈਮੈਂਟ, ਜੇ ਲੇ ਆਫ ਅਨਪਲਾਈਮੈਂਟ ਲੈ ਸਕਦੇ ਹੈਗੇ ਆ, ਤੇ ਕੋਈ ਇੱਦਾਂ ਦਾ ਖਤਰਾ ਨਹੀਂ ਹੈਗਾ, ਕੋਈ ਇੱਦਾਂ ਦੀ ਪ੍ਰੋਬਲਮ ਨਹੀਂ। ਪਰ ਆਪਾਂ ਦੇਖੇ ਆ ਵੀ ਬਹੁਤ ਸਾਰੇ ਗੁਰੂ ਘਰਾਂ 'ਚ ਕਈ ਜਿਹੜੇ ਸਿੰਘ ਆ ਕੀਰਤਨੀ ਜਥੇ, ਉਹ ਇੰਡੀਆ ਤੋਂ ਇੱਥੇ ਆਏ ਹੋਏ ਸੀ। ਸੋ ਨਾ ਤਾਂ ਉਹ ਪੇਰੋਲ 'ਤੇ ਆ ਤੇ ਨਾ ਹੀ ਉਹ ਅਨਪਲਾਈਮੈਂਟ ਲੈ ਸਕਦੇ। ਸੋ ਉਹਨਾਂ ਦੀ ਵੀ ਹੈਲਪ ਦੀ ਜ਼ਰੂਰਤ ਆ। ਈਵਨ ਕੀ ਹੁੰਦਾ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਆ ਵੀ ਗੁਰੂ ਘਰਾਂ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਆ ਉਹਨਾਂ ਦੀ ਤਨਖਾਹ ਕਿੰਨੀ ਕੁ ਹੁੰਦੀ ਆ। ਆਪਾਂ ਸਿਰਫ ਇਹੀ ਦੇਖ ਲੈਂਦੇ ਆ ਵੀ ਜੀ ਉਹਨਾਂ ਨੂੰ ਘਰ ਦਿੱਤਾ ਰਹਿਣ ਨੂੰ, ਉੱਥੇ ਇਹ ਨਹੀਂ ਦੇਖਦੇ ਵੀ ਉਹ ਕਿੰਨੇ ਘੰਟੇ ਜਿਹੜੀ ਆਲਮੋਸਟ 24 ਆਵਰ ਜੌਬ ਹੁੰਦੀ ਆ। ਸੋ ਪਲੀਜ਼ ਉਹਨਾਂ ਦੀ ਜਕਾਰਾ ਮੂਵਮੈਂਟ ਵਾਲਿਆਂ ਨੇ ਇੱਕ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਜੇ ਕੋਈ ਗੁਰੂ ਘਰ ਦਾ ਸੇਵਾਦਾਰ ਆ
ਉਹਨਾਂ ਨੂੰ ਜਿਹੜੀ ਫਾਈਨੈਂਸ਼ੀਅਲ ਸਪੋਰਟ ਦੀ ਜ਼ਰੂਰਤ ਹੈਗੀ ਆ ਤੇ ਉਹ ਐਪਲੀਕੇਸ਼ਨਾਂ ਲੈ ਰਹੇ ਤੇ ਉਹਨਾਂ ਨੂੰ ਕੰਟੈਕਟ ਕਰ ਸਕਦੇ ਆ। ਤੇ ਜੇ ਕਿਸੇ ਨੇ ਉਹਨਾਂ ਦੇ ਜਿਹੜਾ ਉਹਨਾਂ ਦੇ ਫੰਡ ਦੇ ਵਿੱਚ ਹੈਲਪ ਕਰਨੀ ਆ ਤਾਂ ਵੀ ਜਕਾਰਾ ਵਾਲਿਆਂ ਨੂੰ ਜਿਹੜੀ ਤੁਸੀਂ ਹੈਲਪ ਕਰ ਸਕਦੇ। ਉਹਨਾਂ ਨੇ ਵੈਬਸਾਈਟ ਵੀ ਆਪਣਾ ਕ੍ਰੀਏਟ ਕੀਤਾ ਆ app.khalsafund.org ਤੇ ਉਹਨਾਂ ਦਾ ਉਹ ਹੈਗੀ ਐਪਲੀਕੇਸ਼ਨ ਭਰਨ ਦੇ ਲਈ। ਜੀ। ਤੇ ਜੇ ਕਿਸੇ ਨੇ ਡੋਨੇਟ ਕਰਨਾ ਹੈ ਉਹ khalsafund.org ਉਸ ਦੇ ਉੱਤੇ ਜਿਹੜਾ ਆ ਉਹ ਡੋਨੇਟ ਕਰ ਸਕਦੇ ਨੇ ਜਾ ਕੇ। ਸੋ ਜ਼ਰੂਰ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਵੀ ਕੋਈ ਜਿੰਨੀ ਸਰਦੀ ਪੁੱਜਦੀ ਜਿੰਨੀ ਕੋਈ ਮਦਦ ਕਰ ਸਕਦਾ ਉਹ ਜ਼ਰੂਰ ਕਰੇ। ਤੇ ਹੁਣ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।